ਗੁਰੂ ਸਾਹਿਬ ਜੀ ਕਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਵੰਦੇ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਪਰਜਾ ਅੰਨੀ ਗਿਆਨ ਬਿਨ ਪਰਜਾ ਅੰਨੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਆਲਾਈ ਰਾਜੇ ਪਾਪ ਕਮਾਵੰਦੇ ਰਾਜੇ ਸ਼ੀਹੀਂ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਣ ਘਾਓ ਰਤ ਪਿੱਤ ਕੁੱਤਿਓ ਚਟ ਜਾਹੋ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ ਪਰਜਾ ਅੰਨੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਆਲਾਈ ਚੇਲੇ ਸਾਜ ਬਜਾਏਂਦੇ ਨੱਚਣ ਗੁਰੂ ਬਹੁਤ ਬਿਦ ਭਾਈ ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਿਨਾੜੇ ਜਾਈ ਕਾਜੀ ਹੋਏ ਰਿਸ਼ਵਤੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖੈ ਦਾਮ ਹਿਤ ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਿਥਾਹੋਂ ਜਾਹੀ ਇਸਤਰੀ ਪੁਰਖੈ ਦਾਮ ਹਿਤ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਾਯਾਦ ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਈ ਘਰ ਆਪਣੇ ਸ਼ਰਮ ਗਈ ਘਰ ਆਪਣੇ ਪਤਿ ਉੱਠ ਚੱਲੀ ਨਾਲ ਸ਼ਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਬੇਲਾਲੋ ਸ਼ਰਮ ਗਈ ਘਰ ਆਪਣੇ ਪਤਿ ਉੱਠ ਚੱਲੀ ਨਾਲ ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਿਥਾਹੋਂ ਜਾਹੀ ਵਰਤਿਆ ਪਾਪ ਸਬਸ ਜਗ ਮਾਹੀ ਵਰਤਿਆ ਪਾਪ ਸਬਸ ਜਗ ਮਾਹੀ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਪਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਨਾਂ ਦੀ ਨੂਰ ਅਰਸੋਂ ਗੁਰਸੋਂ ਝੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ
जिस पास बैठिया सोहीऐ सबना दा सतनाम। वाहिगुरु साहिब जी। सलोक दया करनं दुख हरनं उच्चरणं नाम कीर्तन है। दयाल पुरख भगवान नानक लिपत ना माया। दया करनं दुख हरनं उच्चरणं नाम कीर्तन है। दयाल पुरख भगवान नानक लिपत ना माया। पाहे बलंदड़ी बुझ गई रखंदड़ो प्रभ आप। जिन्ने उपाई मेदनी नानक सो प्रभ जाप। पौड़ी जा प्रभ भय दयाल ना व्यापै माया। कोट अगा गए नास हर एक ध्याया। निर्मल भय शरीर जन तूरी नहाया। मन तन भय संतोख पूरन प्रभ पाया। तरे कुटुंब संग लोग कुल सबाया। निर्मल भय शरीर जन तूरी नहाया। मन तन भय संतोख पूरन प्रभ पाया। तरे कुटुंब संग लोग कुल सबाया। वाहिगुरु जी का खालसा वाहिगुरु जी की फतेह। सतनाम। वाहिगुरु साहिब जी। श्लोक दया करनं दुख हरनं उचरण नाम कीर्तन। दयाल पुरख भगवान नानक लिपत ना माया। वाहिगुरु जी का खालसा वाहिगुरु जी की फतेह। सतगुरु चबर छतर तख्त दे मालक हाजरा हजूर सर्ब कला भरपूर सतगुरु धन श्री गुरु ग्रंथ साहिब जी की पावन पवित्र हजूरी अंदर सभाएमान गुरु प्यारी गुरु सवारी साध संगत जी बड़भागे हो। धन दशमेश पिता कलगीधर पिता गुरु गोबिंद सिंह पातशाह जी दे पवित्र मुबारक चरण कवलों के नाल साजी नवाजी हुई पावन पवित्र धरती इतिहासक स्थान ते अमृत वेले तो सतगुरु पातशाह के इतिहासक स्थान सच्चे पातशाह जी के पावन दरबार दीयां हाजरियां भरदियां होइयां आप जी अमृत बाणी सरवण करके मनुखा जन्म के महान महान लाहे प्राप्त कर रहे हो। बड़भागे हो। अमृत बण का कीर्तन आप जी ने सरवण किया। सतगुरु पातशाह जी की पावन बाणी नूं आप जी ने सरवण किया। जो सतगुरु पातशाह जी का धन धन श्री गुरु ग्रंथ साहिब जी का वचन पवित्र हुक्मनामा साहब है। जो वचन सानू सतगुरु पातशाह ने अज अमृत वेले बख्शिश किए हैं, इन्हां दा पाठ आप जी ने सरवण किया है।
ਸਮਾਂ ਹੈ ਗੁਰਮੁਖ ਪਿਆਰਿਓ ਗੁਰ ਸ਼ਬਦ ਵਿਚਾਰ ਦਾ। ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਵਚਨ ਪਵਿੱਤਰ ਹੁਕਮਨਾਮੇ ਦੀ ਵਿਚਾਰ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਹੁਕਮਨਾਮੇ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਆਖੋ ਜੀ ਸਤਿਨਾਮ ਵਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ। ਬੜੀ ਅਪਾਰ ਕਿਰਪਾ ਕੀਤੀ ਹੈ ਸਾਡੇ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਹੀ ਗੁਰਮੁਖ ਪਿਆਰਿਓ ਅਮੋਲਕ ਅਤੇ ਪਿਆਰੇ ਵਚਨ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੇ ਹਨ। ਇਸ ਸ਼ਲੋਕ ਇਸ ਪਾਵਨ ਵਚਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਰਸਾਇਆ ਵੀ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਨਾ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਬਹੁਤ ਵੱਡੀ ਸਮਰੱਥਾ ਦਾ ਮਾਲਕ ਹੈ। ਅਤੇ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ, ਉਹਦਾ ਕੋਈ ਅਤੋਲ ਨਹੀਂ, ਉਹਦਾ ਕੋਈ ਅੰਤ ਪਾਰਾਵਾਰ ਨਹੀਂ। ਉਹ ਦਿਆਲੂ ਵੀ ਹੈ ਅਤੇ ਉਹ ਕਿਰਪਾਲੂ ਵੀ ਹੈ। ਸਤਿਗੁਰੂ ਪਾਤਸ਼ਾਹ ਦਾ ਪਹਿਲਾ ਪ੍ਰਥਮ ਬਚਨ ਹੀ ਇਹ ਹੈ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ। ਨਾਮ ਕੀਰਤਨ ਹੈ। ਗੁਰਦੇਵ ਨੇ ਸਾਡੇ ਤੇ ਕਿਰਪਾ ਕੀਤੀ ਵੀ ਜਿਹੜਾ ਰੱਬ ਜੀ ਦਾ ਨਾਮ ਆਰਾਧਦਾ ਹੈ ਨਾ, ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਦਾ ਹੈ, ਨਾਮ ਕੀਰਤਨ ਹੈ। ਅਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਫਿਰ ਉਹਨਾਂ 'ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਇਆ ਕਰਦਾ ਹੈ। ਉਹਨਾਂ ਦੇ ਜਿੰਨੇ ਵੀ ਦੁੱਖ ਅਤੇ ਕਲੇਸ਼ ਹੁੰਦੇ ਨੇ ਉਹ ਸਾਰੇ ਗੁਰਮੁਖ ਪਿਆਰਿਓ ਕੱਟੇ ਜਾਂਦੇ ਨੇ। ਅਤੇ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਪਾਵਨ ਬਾਣੀ ਦੇ ਵਿੱਚ ਤੇ ਸਤਿਗੁਰੂ ਪਾਤਸ਼ਾਹ ਨੇ ਗੱਲ ਹੀ ਵਾਰ-ਵਾਰ ਗੁਰਮੁਖ ਪਿਆਰਿਓ ਨਾਮ ਦੀ ਕੀਤੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਕਿੰਨੀਆਂ ਉਦਾਹਰਨਾਂ ਨੇ, ਕਿੰਨੇ ਪ੍ਰਮਾਣ ਨੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ। ਵਾਰ-ਵਾਰ ਸਤਿਗੁਰੂ ਪਾਤਸ਼ਾਹ ਨੇ ਨਾਮ ਦੀ ਹੀ ਗੱਲ ਕੀਤੀ ਹੈ। ਮੈਂ ਪ੍ਰਥਮ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਨਾਮ ਕੀ ਹੈ। ਆਪਾਂ ਸਵੇਰ ਅਤੇ ਸ਼ਾਮ ਦੇ ਸਮੇਂ ਗੁਰਮੁਖੋ ਭੋਜਨ ਖਾਂਦੇ ਹਾਂ ਨਾ, ਜਦੋਂ ਆਪਾਂ ਭੋਜਨ ਖਾਂਦੇ ਹਾਂ ਅਤੇ ਭੋਜਨ ਵੈਸੇ ਤਾਂ ਹੋ ਸਕਦਾ ਹੋਰ ਵੀ ਕੁਝ ਕੰਮ ਕਰਦਾ ਹੋਵੇ, ਹੋਰ ਵੀ ਵਿਸ਼ੇਸ਼ਤਾ ਹੀ ਹੋਵੇ ਭੋਜਨ ਦੀ, ਪਰ ਸਿਆਣੇ ਸੂਝਵਾਨ ਦਾਨੇ ਬੰਦੇ ਕਹਿੰਦੇ ਨੇ ਵੀ ਜਿਹੜਾ ਭੋਜਨ ਹੈ ਨਾ ਉਹ 3 ਮੁੱਖ ਕੰਮ ਕਰਦਾ ਹੈ। ਅਤੇ ਕਿਸੇ ਨੇ ਬੜੀ ਪਿਆਰੀ ਗੱਲ ਕਹੀ ਵੀ ਜਿਹੜਾ ਖਾਧਾ ਹੋਇਆ ਭੋਜਨ ਹੈ, ਖਾਧਾ ਹੋਇਆ ਭੋਜਨ ਜਿਵੇਂ 3 ਮੁੱਖ ਵਿਸ਼ੇਸ਼ ਕੰਮ ਕਰਦਾ ਹੈ। ਅਤੇ ਅਕਾਲ ਪੁਰਖ ਰੱਬ ਜੀ ਦਾ ਜਪਿਆ ਹੋਇਆ ਨਾਮ, ਗੁਰੂ ਦਾ ਜਪਿਆ ਹੋਇਆ ਨਾਮ, ਉਹ ਵੀ ਭੋਜਨ ਵਾਲੇ 3 ਵਿਸ਼ੇਸ਼ ਮੁੱਖ ਕੰਮ ਕਰਦਾ ਹੈ। ਹੁਣ ਵੇਖੋ, ਜਦੋਂ ਆਪਾਂ ਭੋਜਨ ਖਾਂਦੇ ਹਾਂ ਅਤੇ ਸਾਡੀ ਜ਼ੁਬਾਨ 'ਤੇ ਆਉਂਦਾ ਹੈ ਅਤੇ ਸਾਨੂੰ ਸਭ ਤੋਂ ਪਹਿਲਾਂ ਰਸ ਪ੍ਰਾਪਤ ਹੁੰਦਾ ਹੈ। ਜਦੋਂ ਕੋਈ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਨਾ, ਜਿੰਨੇ ਵੀ ਸੰਸਾਰ ਦੇ ਬਾਕੀ ਦੇ ਰਸ ਨੇ ਉਹ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਅਤੇ ਰੱਬ ਜੀ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਨਾਮ ਰਸ ਪੀਆ ਰੇ ਸੇ ਰਸ ਬਿਸਰ ਗਏ ਰਸ ਔਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੈ ਬਾਤੂ ਮਿੱਠੀਆਂ। ਜਦੋਂ ਮਾਂ ਮਸੱਲੇ ਥੱਲੇ ਰੋੜੀ ਰੱਖਦੀ ਸੀ ਨਾ, ਬਾਬਾ ਫਰੀਦ ਜੀ ਦੇ ਮਸੱਲੇ ਦੇ ਥੱਲੇ ਰੋੜੀ, ਅਤੇ ਇੱਕ ਦਿਨ ਰੋੜੀ ਰੱਖਣੀ ਭੁੱਲ ਗਈ ਅਤੇ ਉਦੋਂ ਤੱਕ ਰਸ ਬਣ ਚੁੱਕਿਆ ਸੀ ਖੁਦਾ ਦੇ ਨਾਲ, ਪਰਮਾਤਮਾ ਦੇ ਨਾਲ। ਮਾਂ ਦੌੜ ਕੇ ਗੁੜ ਦੀ ਰੋੜੀ ਲੈ ਕੇ ਆਈ। ਬਾਬਾ ਫਰੀਦ ਜੀ ਬੱਚੇ ਸਨ, ਕਹਿਣ ਲੱਗੇ ਪੁੱਤਰ ਅੱਜ ਰੱਬ ਕੁਝ ਜਲਦੀ ਦੇ ਵਿੱਚ ਸੀ, ਤੇਰੇ ਮਸੱਲੇ ਦੇ ਥੱਲੇ ਗੁੜ ਦੀ ਰੋੜੀ ਭੇਲੀ ਰੱਖਣੀ ਭੁੱਲ ਗਿਆ ਅਤੇ ਮੈਨੂੰ ਪਕੜਾ ਕੇ ਚਲੇ ਗਿਆ, ਆਹ ਪਕੜ। ਅਤੇ ਬਾਬਾ ਫਰੀਦ ਜੀ ਕਹਿਣ ਲੱਗੇ ਮਾਂ ਅੱਗੇ ਤੇ ਤੇਰਾ ਰੱਬ ਆਉਂਦਾ ਸੀ, ਖੁਦਾ ਆਉਂਦਾ ਸੀ, ਗੁੜ ਦੀ ਰੋੜੀ ਮਸੱਲੇ ਥੱਲੇ ਰੱਖ ਕੇ ਚਲਿਆ ਜਾਂਦਾ ਸੀ, ਪਰ ਹੁਣ ਗਿਆ ਨਹੀਂ। ਹੁਣ ਤੇ ਉਹ ਰਸਨਾਂ ਦੇ ਉੱਤੇ ਹੀ ਬੈਠ ਗਿਆ ਅਤੇ ਹੁਣ ਖੰਡ ਦੇ ਵਿੱਚੋਂ, ਸ਼ਹਿਦ ਦੇ ਵਿੱਚੋਂ ਜਿੰਨੀਆਂ ਵੀ ਮਿੱਠੀਆਂ ਨਿਜਾਮਤਾਂ ਨੇ ਉਹਨਾਂ ਦੇ ਵਿੱਚੋਂ ਉਹ ਰਸ ਨਹੀਂ ਆਉਂਦਾ। ਭਾਵੇਂ ਗੁੜ ਵੀ ਮਿੱਠਾ ਹੈ, ਸ਼ਹਿਦ ਵੀ ਮਿੱਠਾ ਹੈ, ਖੰਡ ਵੀ ਮਿੱਠੀ ਹੈ, ਦੁੱਧ ਨੂੰ ਵੀ ਇੱਕ ਨਿਆਮਤ ਸਮਝਿਆ ਜਾਂਦਾ ਸੀ। ਕਹਿਣ ਲੱਗੇ ਪਰ ਜਿਹੜਾ ਰਸ ਹੁਣ ਮਾਲਕ ਦੇ ਨਾਮ ਦੇ ਵਿੱਚੋਂ ਆਉਂਦਾ ਹੈ ਉਹ ਬਾਕੀ ਵਸਤੂਆਂ ਦੇ ਵਿੱਚੋਂ ਨਹੀਂ ਆਉਂਦਾ। ਨਾਮ ਰਸ ਪੀਆ ਰੇ ਸੇ ਰਸ ਬਿਸਰ ਗਏ ਰਸ ਔਰ। ਜਦੋਂ ਭੋਜਨ ਦੀ ਗਰਾਹੀ ਆਪਾਂ ਜ਼ੁਬਾਨ 'ਤੇ ਰਸ ਰੱਖਦੇ ਹਾਂ
ਤਾਂ ਸਭ ਤੋਂ ਪਹਿਲਾਂ ਭੋਜਨ ਦਾ ਗੁਰਮੁਖ ਪਿਆਰਿਓ ਰਸ ਆਉਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨੇ ਇਸ ਗੱਲ 'ਤੇ ਮੋਹਰ ਲਾਈ, ਸਪਸ਼ਟ ਕੀਤਾ। ਕਹਿੰਦੇ ਜਦੋਂ ਕੋਈ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਨਾ, ਹੌਲੀ ਹੌਲੀ ਕੀ ਹੁੰਦਾ ਵੀ ਸੰਸਾਰ ਦੇ ਜਿਹੜੇ ਰਸ ਨੇ, ਸੰਸਾਰ ਦੇ ਰਸ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਨੇ ਅਤੇ ਉਹਨੂੰ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਅਤੇ ਫਿਰ ਦੂਜਾ ਖਾਧਾ ਹੋਇਆ ਭੋਜਨ ਇੱਕ ਕੰਮ ਹੋਰ ਕਰਦਾ। ਜਦੋਂ ਸਾਡੇ ਪੇਟ ਦੇ ਵਿੱਚ, ਉਦਰ ਦੇ ਵਿੱਚ ਜਾਂਦਾ ਹੈ ਅਤੇ ਭੋਜਨ ਖਾਧੇ ਤੋਂ ਬਾਅਦ ਜਿਹੜੀ ਸਾਡੀ ਭੁੱਖ ਹੈ ਉਹ ਦੂਰ ਹੋ ਜਾਂਦੀ ਹੈ। ਹੁਣ ਨਾਮ ਕੀ ਹੈ? ਨਾਮ ਇੱਕ ਇਹੋ ਜਿਹੀ ਤਾਕਤ ਹੈ ਵੀ ਸਾਡੇ ਜ਼ਿੰਦਗੀ ਦੀਆਂ ਸਾਰੀਆਂ ਭੁੱਖਾਂ ਹੀ ਦੂਰ ਹੋ ਜਾਂਦੀਆਂ ਨੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕ ਮੈਂ ਬੇਨਤੀ ਕਰਾਂ, ਅੱਜ ਨਾ ਚਾਰੇ ਪਾਸੇ ਤੁਸੀਂ ਨਿਗਾਹ ਮਾਰ ਕੇ ਵੇਖੋ, ਸੁਣਿਓ ਜੀ ਧਿਆਨ ਦੇ ਨਾਲ। ਚਰਚਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਰਾਂ ਦੇ ਵਿੱਚ ਜਿਹੜੀ ਬਹੁਤੀ ਜ਼ਿਆਦਾ ਲੋਕਾਂ ਦੀ ਭੀੜ ਹੈ ਨਾ, ਬਹੁਤੀ ਜ਼ਿਆਦਾ ਲੋਕਾਂ ਦੀ ਭੀੜ ਅਤੇ ਜ਼ਿਆਦਾਤਰ ਅਰਦਾਸਾਂ ਇਹੋ ਹੁੰਦੀਆਂ ਨੇ। ਜ਼ਿਆਦਾਤਰ ਦੁਨੀਆ ਦੇ ਲੋਕ ਜਾਂ ਤਾਂ ਦੁੱਖ ਦੇ ਕਾਰਨ ਦੁਖੀ ਨੇ ਜਾਂ ਫਿਰ ਭੁੱਖ ਦੇ ਕਾਰਨ ਦੁਖੀ ਨੇ। ਦੋ ਰੋਗ ਨੇ ਸੰਸਾਰ ਦੇ ਲੋਕਾਂ ਨੂੰ ਜੋ ਦੁਖੀ ਕਰਦੇ ਨੇ, ਜਾਂ ਤਾਂ ਗਰੀਬੀ ਦੇ ਕਾਰਨ, ਭੁੱਖ ਦੇ ਕਾਰਨ, ਜਾਂ ਫਿਰ ਜਿਹਦੇ ਕੋਲ ਮਾਇਆ ਤਾਂ ਬੜੀ ਹੈ ਪਰ ਸਰੀਰਕ ਰੋਗ ਲੱਗੇ ਹੋਏ ਨੇ, ਕੋਈ ਨਾ ਕੋਈ ਦੁੱਖ ਹੈ। ਇੱਕ ਬੇਨਤੀ ਕਰਾਂ ਵੀ ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਬੰਦਾ ਸੋਚਦਾ ਵੀ ਸ਼ਾਇਦ ਗੁਆਂਢੀ ਸੁਖੀ ਹੈ ਅਤੇ ਮੇਰੇ ਘਰ ਦੇ ਵਿੱਚ ਹੀ ਦੁੱਖ ਹੈ। ਦੂਜਾ ਗੁਆਂਢੀ ਸੋਚਦਾ ਵੀ ਸ਼ਾਇਦ ਮੇਰੇ ਘਰ ਦੇ ਵਿੱਚ ਦੁੱਖ ਹੈ ਅਤੇ ਮੇਰੇ ਨਾਲ ਦਾ ਸੁਖੀ ਹੈ। ਬਾਬਾ ਫਰੀਦ ਜੀ ਕਹਿੰਦੇ ਪਿਆਰਿਆ, ਮੈਂ ਵੀ ਇਹੋ ਸਮਝਦਾ ਸੀ ਅਤੇ ਜਦੋਂ ਉੱਚਾ ਚੜ੍ਹ ਕੇ ਵੇਖਿਆ ਨਾ, ਫਿਰ ਮੈਨੂੰ ਪਤਾ ਲੱਗਿਆ ਵੀ ਜਿਹੜੀ ਦੁੱਖ ਦੀ ਅੱਗ ਮੇਰੇ ਚੁੱਲ੍ਹੇ ਵਿੱਚ ਬਲਦੀ ਹੈ ਅਤੇ ਉਹ ਤਾਂ ਗੁਆਂਢੀ ਦੇ ਚੁੱਲ੍ਹੇ ਵਿੱਚ ਵੀ ਬਲਦੀ ਹੈ। ਹਾਂ, ਦੁੱਖ ਦਾ ਰੂਪ ਵੱਖਰਾ ਹੋ ਸਕਦਾ। ਹੁਣ ਵੇਖੋ, ਕਿਸੇ ਘਰ ਦੇ ਵਿੱਚ ਗੈਸ ਸਿਲੰਡਰ ਵਾਲਿਆ ਜਾਂਦਾ ਰੋਟੀ ਪਕਾਉਣ ਦੇ ਲਈ, ਕਿਸੇ ਘਰ ਦੇ ਵਿੱਚ ਲੱਕੜਾਂ ਵਾਲੀਆਂ ਜਾਂਦੀਆਂ ਨੇ, ਕਿਸੇ ਘਰ ਦੇ ਵਿੱਚ ਗੋਹੇ ਦੀਆਂ ਪਾਥੀਆਂ ਵਾਲੀਆਂ ਜਾਂਦੀਆਂ ਨੇ, ਗੋਹੇ ਦੀਆਂ ਪਾਥੀਆਂ, ਕਿਸੇ ਘਰ ਦੇ ਵਿੱਚ ਅੱਗ ਬਾਲਣ ਦੇ ਲਈ ਗੋਬਰ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅੱਗ ਤਾਂ ਹੈ ਨਾ। ਇਵੇਂ ਦੁੱਖ ਦਾ ਰੂਪ ਵੱਖਰਾ ਹੋ ਸਕਦਾ। ਹੋ ਸਕਦਾ ਵੀ ਕੋਈ ਕਿਸੇ ਗਰੀਬੀ ਕਰਕੇ ਦੁਖੀ ਹੋਵੇ, ਹੋ ਸਕਦਾ ਕੋਈ ਆਪਣੇ ਧੀਆਂ ਪੁੱਤਰਾਂ ਕਰਕੇ ਦੁਖੀ ਹੋਵੇ, ਪੁੱਤਰ ਪੀੜਤ ਕਹਿ ਦਿੰਦੇ ਜਿਨ੍ਹਾਂ ਨੂੰ, ਹੋ ਸਕਦਾ ਕੋਈ ਆਪਣੀ ਧੀ ਕਰਕੇ ਦੁਖੀ ਹੋਵੇ। ਦੁੱਖ ਦਾ ਰੂਪ ਵੱਖਰਾ ਹੋ ਸਕਦਾ, ਪਰ ਦੁੱਖ ਸਾਰਿਆਂ ਦੇ ਵਿਹੜੇ ਵਿੱਚ ਹੈ, ਦੁੱਖ ਹਰ ਇੱਕ ਦੇ ਘਰ ਦੇ ਵਿੱਚ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਮੈਂ ਬੇਨਤੀ ਕਰ ਰਿਹਾ ਸੀ ਵੀ ਦੁਨੀਆ ਦੇ ਜਿਹੜੇ ਲੋਕ ਨੇ ਦੋ ਗੱਲਾਂ ਕਰਕੇ ਦੁਖੀ ਨੇ, ਜਾਂ ਤਾਂ ਦੁੱਖ ਦੇ ਕਰਕੇ ਜਾਂ ਫਿਰ ਭੁੱਖ ਦੇ ਕਰਕੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਬੜੀ ਵੈਸੇ ਨਿਆਰੀ ਗੱਲ ਹੈ, ਜਿਹੜੇ ਘਰ ਦੇ ਵਿੱਚ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਤੋਟ ਨਹੀਂ ਹੁੰਦੀ, ਭੁੱਖ ਨਹੀਂ ਹੁੰਦੀ, ਪਹਿਲੀ ਕੰਧ ਤੋਂ ਲੈ ਕੇ ਅਖੀਰਲੀ ਕੰਧ ਤੱਕ ਭਰਿਆ ਪਿਆ ਘਰ ਸਾਜੋ ਸਮਾਨ ਦੇ ਨਾਲ, ਬੜੇ ਸਾਧਨ ਨੇ, ਉੱਥੇ ਭੁੱਖ ਤਾਂ ਕਿਸੇ ਗੱਲ ਦੀ ਨਹੀਂ, ਪਰ ਉੱਥੇ ਦੁੱਖ ਸਭ ਤੋਂ ਵੱਡੇ ਹੁੰਦੇ ਨੇ। ਕਈ ਵਾਰੀ ਬੰਦਾ ਰਾਤ ਨੂੰ ਉਨੀਆਂ ਰੋਟੀਆਂ ਨਹੀਂ ਖਾਂਦਾ ਜਿੰਨੇ ਵਿਚਾਰੇ ਨੂੰ ਗੋਲੀਆਂ ਖਾ ਕੇ, ਜਿੰਨੀਆਂ ਗੋਲੀਆਂ ਖਾਂਦਾ, ਰੰਗ ਬਰੰਗੀਆਂ ਗੋਲੀਆਂ ਖਾ ਕੇ ਰਾਤ ਲੰਘਾਉਣੀ ਪੈਂਦੀ ਹੈ। ਹੁਣ ਇੱਕ ਬੰਦਾ ਹੈ, ਪੈਸੇ ਦੀ ਉਹਦੇ ਕੋਲ ਤੋਟ ਕੋਈ ਨਹੀਂ, ਪਰ ਪ੍ਰਸ਼ਾਦੇ ਉਹ ਦੋ ਨਹੀਂ ਸਕਦਾ ਅਤੇ ਗੋਲੀਆਂ ਉਹਨੂੰ 15-16 ਖਾਣੀਆਂ ਪੈਂਦੀਆਂ ਨੇ। ਅਤੇ ਇੱਕ ਰਕਸ਼ਾ ਚਲਾਉਣ ਵਾਲਾ ਆਰਾਮ ਨਾਲ ਖਾ ਕੇ 10-15 ਪ੍ਰਸ਼ਾਦੇ, ਜਿੱਥੇ ਕਿਤੇ ਰੁੱਖ ਦੀ ਛਾਂ ਮਿਲਦੀ ਹੈ ਅਤੇ ਆਰਾਮ ਨਾਲ ਸੁੱਤਾ ਪਿਆ ਹੁੰਦਾ। ਹੁਣ ਸੁਖੀ ਕੌਣ ਹੈ? ਜਿਹੜਾ ਅਰਬ ਖਰਬ ਕਰੋੜਪਤੀ ਹੈ ਕਿ ਰਕਸ਼ਾ ਚਲਾਉਣ ਵਾਲਾ? ਕਈ ਵਾਰੀ ਆਪਾਂ ਸੋਚਦੇ ਹਾਂ ਵੀ ਜਿਹੜੀ ਸੁੱਖ ਦੀ ਪ੍ਰਾਪਤੀ ਹੈ ਸ਼ਾਇਦ ਪੈਸੇ ਨਾਲ ਹੋਵੇਗੀ। ਪੈਸੇ ਨਾਲ ਜੇਕਰ ਸੁੱਖ ਦੀ ਪ੍ਰਾਪਤੀ ਹੁੰਦੀ ਨਾ, ਅਤੇ ਵੱਡੇ ਵੱਡੇ ਅਰਬ ਖਰਬ ਕਰੋੜਪਤੀ ਲੋਕ ਕਦੇ ਸੁਸਾਈਡ ਨਾ ਕਰਦੇ, ਕਦੇ ਆਤਮ ਹੱਤਿਆ ਨਾ ਕਰਦੇ। ਫਿਰ ਸਤਿਗੁਰੂ ਪਾਤਸ਼ਾਹ ਜੀ ਇਹ ਨਾ ਪਾਵਨ ਬਾਣੀ ਵਿੱਚ ਕਹਿੰਦੇ ਕਿ ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੇ ਚਿੰਤਾ ਰੋਗ। ਬੰਦਾ ਸੋਚਦਾ ਵੀ ਸ਼ਾਇਦ ਪੈਸੇ ਨਾਲ ਸੁੱਖ ਪ੍ਰਾਪਤ ਹੋਵੇਗਾ। ਹੁਣ ਵੇਖੋ, ਪੈਸੇ ਦੇ ਨਾਲ ਏਸੀ ਖਰੀਦਿਆ ਜਾ ਸਕਦਾ। ਮੰਨ ਲਓ ਵੀ ਗਰਮੀ ਹੈ ਜੇਠ ਹਾੜ ਦੀ, ਪੈਸੇ ਦੇ ਨਾਲ ਗੁਰਮੁਖ ਪਿਆਰਿਓ ਏਸੀ ਖਰੀਦਿਆ ਜਾ ਸਕਦਾ, ਵਧੀਆ ਪਲੰਘ ਖਰੀਦਿਆ ਜਾ ਸਕਦਾ, ਵਧੀਆ ਗੱਦਾ ਖਰੀਦਿਆ ਜਾ ਸਕਦਾ, ਵਧੀਆ ਚਾਦਰ ਖਰੀਦੀ ਜਾ ਸਕਦੀ ਹੈ। ਪਰ ਜਿਹੜੀ ਚੈਨ ਦੀ ਸੁੱਖ ਦੀ ਨੀਂਦ ਹੈ ਉਹ ਪੈਸੇ ਨਾਲ ਖਰੀਦੀ ਜਾ ਸਕਦੀ ਹੈ? ਚੈਨ ਦੀ ਸੁੱਖ ਦੀ ਨੀਂਦ ਉਹ ਤਾਂ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣੀ ਹੈ ਨਾ, ਉਹ ਤਾਂ ਪਰਮਾਤਮਾ ਦੀ ਨਜ਼ਰ ਦੇ ਨਾਲ ਪ੍ਰਾਪਤ ਹੋਣੀ ਹੈ। ਹੁਣ ਮੰਨ ਲਓ ਵੀ ਕਿਸੇ ਬੰਦੇ ਨੇ ਸੋਨੇ ਦੀ ਐਨਕ ਆਪਣੀਆਂ ਅੱਖਾਂ 'ਤੇ, ਦੀਦਿਆਂ 'ਤੇ ਲਾਈ ਹੋਈ ਹੈ। ਐਨਕ 'ਤੇ ਬੰਦਾ ਪੈਸੇ ਨਾਲ ਸੋਨੇ ਦੀ ਤਿਆਰ ਕਰਵਾ ਸਕਦਾ, ਪਰ ਜੇਕਰ ਨਜ਼ਰ ਹੀ ਨਾ ਹੋਈ, ਨਜ਼ਰ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਉਣੀ ਹੈ ਨਾ।
ਨਿਗਾਹ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਣੀ ਹੈ। ਸੋ ਪੈਸੇ ਦੇ ਨਾਲ ਸੁੱਖ ਦੇ ਸਾਧਨ ਜੁਟਾਏ ਜਾ ਸਕਦੇ ਨੇ, ਪਰ ਸੁੱਖ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਕਈ ਘਰਾਂ ਦੇ ਵਿੱਚ ਪਦਾਰਥ ਗੁਰਮੁਖ ਪਿਆਰਿਓ ਬੇਸ਼ੁਮਾਰ ਹੁੰਦੇ ਨੇ, ਪਰ ਉੱਥੇ ਦੁੱਖ ਸਭ ਤੋਂ ਵੱਡਾ ਹੁੰਦਾ। ਕਈ ਵਾਰ ਬੰਦੇ ਨੂੰ ਰੋਗ ਐਡੇ ਭਿਆਨਕ ਹੁੰਦੇ ਨੇ, ਧੀਆਂ ਪੁੱਤਰਾਂ ਦੇ ਕਾਰਨ ਬੰਦਾ ਦੁਖੀ ਹੁੰਦਾ। ਦੂਜੇ ਪਾਸੇ ਆਪਾਂ ਝੁੰਗੀਆਂ ਝੌਂਪੜੀਆਂ ਵਾਲੇ ਬੱਚਿਆਂ ਨੂੰ ਵੇਖਦੇ ਹਾਂ, ਕਈ ਵਾਰੀ ਗਰਮੀ ਦੇ ਵਿੱਚ ਵੀ ਉਹਨਾਂ ਦੇ ਪੈਰਾਂ ਵਿੱਚ ਚੱਪਲ ਨਹੀਂ ਹੁੰਦੀ, ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਵੀ ਉਹਨਾਂ ਦੇ ਤਨ ਤੇ ਬਦਨ ਤੇ ਉਹਨੇ ਕੱਪੜੇ ਨਹੀਂ ਹੁੰਦੇ, ਪੈਰਾਂ ਵਿੱਚ ਜੁੱਤੀ ਨਹੀਂ ਹੁੰਦੀ, ਪਰ ਹੱਟੇ ਕੱਟੇ ਹੁੰਦੇ ਨੇ। ਉੱਥੇ ਗੁਰਮੁਖ ਪਿਆਰਿਓ ਭੁੱਖ ਤੇ ਹੈ, ਪਰ ਉੱਥੇ ਦੁੱਖ ਨਹੀਂ। ਜਾਂ ਤੇ ਦੁਨੀਆ ਦੇ ਲੋਕ ਦੁੱਖ ਦੇ ਕਾਰਨ ਦੁਖੀ ਨੇ, ਜਾਂ ਭੁੱਖ ਦੇ ਕਾਰਨ ਦੁਖੀ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਤੈਨੂੰ ਮੈਂ ਇੱਕ ਦਵਾਈ ਦੇਵਾਂ, ਇੱਕ ਮੈਂ ਤੈਨੂੰ ਔਸ਼ਧੀ ਦੇਵਾਂ, ਇਸ ਔਸ਼ਧੀ ਦੇ ਨਾਲ ਤੇਰੀ ਦੁੱਖ ਵੀ ਦੂਰ ਹੋ ਜਾਵੇਗਾ ਤੇ ਤੇਰੀ ਭੁੱਖ ਵੀ ਦੂਰ ਹੋ ਜਾਵੇਗੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੇਰੇ ਦੁੱਖ ਵੀ ਦੂਰ ਹੋ ਜਾਣਗੇ, ਤੇਰੀਆਂ ਭੁੱਖਾਂ ਵੀ ਦੂਰ ਹੋ ਜਾਣਗੀਆਂ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਦਇਆ ਕਰਨ। ਜਿਹੜਾ ਪਰਮਾਤਮਾ ਬੜਾ ਦਇਆ ਕਰਨ ਵਾਲਾ ਹੈ, ਦਿਆਲੂ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਵਚਨ ਆਪਾਂ ਬੜੀ ਵਾਰੀ ਪੜ੍ਹਦੇ ਹਾਂ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਤ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਆਹ ਵਚਨ ਸੁਣਿਓ, ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨ ਹਾਰੈ। ਤੇਰੇ ਗੁਨਾਹਾਂ ਨੂੰ ਜਾਣਦਾ, ਜੋ ਤੂੰ ਅਪਰਾਧ ਕੀਤੇ ਨੇ ਜਾਂ ਅਪਰਾਧ ਕਰਨ ਵਾਲਾ ਕਿੰਨੇ ਹੁਣ ਤੱਕ ਕੀਤੇ ਨੇ, ਪ੍ਰਮਾਤਮਾ ਜਾਣਦਾ। ਪਰ ਵੇਖ ਕਿੱਡਾ ਦਿਆਲੂ ਹੈ, ਕਿਰਪਾਲੂ ਹੈ। ਤੇਰੇ ਗੁਨਾਹਾਂ ਨੂੰ ਵੇਖਦਿਆਂ ਹੋਇਆਂ ਵੀ ਉਹ ਕਿਸੇ ਇਨਸਾਨ ਦੀ ਰੋਜੀ ਰੋਟੀ ਬੰਦ ਨਹੀਂ ਕਰਦਾ, ਸਾਰਿਆਂ ਨੂੰ ਦੇਈ ਜਾਂਦਾ। ਜੇਕਰ ਪਿਓ ਨੂੰ ਆਪਣੇ ਪੁੱਤ ਦੀ ਕਿਸੇ ਕਰਤੂਤ ਦੇ ਬਾਰੇ ਪਤਾ ਲੱਗ ਜਾਵੇ ਨਾ, ਪਿਓ ਹੋ ਸਕਦਾ ਇੱਕ ਵਾਰ ਖਿਮਾ ਕਰ ਦੇਵੇ, 2 ਵਾਰ ਖਿਮਾ ਕਰ ਦੇਵੇ, 3 ਵਾਰ 4 ਵਾਰ, ਪਰ ਇੱਕ ਵਾਰ ਪਿਓ ਵੀ ਆਪਣੇ ਪੁੱਤ ਨੂੰ ਆਪਣੇ ਤੋਂ ਬੇਦਖਲ ਕਰ ਦਿੰਦਾ। ਤੇ ਪ੍ਰਮਾਤਮਾ ਕਿੱਡਾ ਵੱਡਾ ਕਿਰਪਾਲੂ ਹੈ, ਜਿਹੜਾ ਰੋਜ਼ ਤੇਰੇ ਗੁਨਾਹਾਂ ਨੂੰ ਵੇਖ ਰਿਹਾ, ਰੋਜ਼ ਤੇਰੇ ਅਪਰਾਧਾਂ ਨੂੰ ਵੇਖ ਰਿਹਾ। ਰੋਜ਼ ਅਪਰਾਧਾਂ ਨੂੰ ਗੁਨਾਹਾਂ ਨੂੰ ਵੇਖ ਕੇ ਇਹੋ ਜਿਹੇ ਨਾਸਤਕ ਬੰਦਿਆਂ ਨੂੰ ਵੀ, ਅਕਿਰਤ ਘਾਣ ਬੰਦਿਆਂ ਨੂੰ ਵੀ ਪਰਮਾਤਮਾ ਖਿਮਾ ਕਰੀ ਜਾ ਰਿਹਾ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨ ਹਾਰੈ। ਪਰਮਾਤਮਾ ਤੋਂ ਵੱਡਾ ਦਾਤਾ ਹੋਰ ਕੌਣ ਹੋ ਸਕਦਾ? ਜਿਹੜਾ ਦਾਤਾ ਹੁੰਦਾ ਹੈ ਨਾ, ਪਰਮਾਤਮਾ ਵਾਹਿਗੁਰੂ ਦਾਤੇ ਦੀਆਂ 3 ਵਿਸ਼ੇਸ਼ਤਾਈਆਂ ਨੇ। ਬੰਦਾ ਤੇ ਕਿਸੇ ਨੂੰ ਕੋਈ ਦਵੇ ਚੀਜ਼, ਤੇ ਬੰਦਾ ਜੇਕਰ ਕੋਈ ਕਿਸੇ ਨੂੰ ਕੁਝ ਦਿੰਦਾ ਵੀ ਹੈ ਨਾ ਥੋੜ੍ਹਾ ਬਹੁਤਾ, ਤੇ ਉਹਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਤਮਾ ਹੁੰਦੀ ਹੈ। ਮੰਨ ਲਓ ਵੀ ਕੋਈ ਬੰਦਾ ਝੌਂਪੜੀਆਂ ਦੇ ਵਿੱਚ ਜਾ ਕੇ ਕੰਬਲ ਵੰਡਦਾ, ਪੈਸੇ ਵੰਡਦਾ, ਕੱਪੜੇ ਵੰਡਦਾ, ਉਹਦੇ ਪਿੱਛੇ ਉਹਦੀ ਹੋ ਸਕਦਾ ਤਮਾ ਹੋਵੇ ਵੀ ਅੱਗੇ ਵੋਟਾਂ ਆਉਣ ਵਾਲੀਆਂ ਨੇ, ਇਹਦੇ ਬਦਲੇ ਵਿੱਚ ਮੇਰੇ ਨਾਮ 'ਤੇ ਸਟੈਂਪ ਲੱਗਣਗੇ, ਮੈਨੂੰ ਮੇਰੀਆਂ ਵੋਟਾਂ ਬਣਨਗੀਆਂ, ਉਹਦੇ ਪਿੱਛੇ ਤਮਾ ਹੈ ਨਾ। ਪਰ ਹੁਣ ਪਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਦਿੰਦਾ ਹੈ, ਤੇ ਉਹਦੇ ਮਨ ਦੇ ਵਿੱਚ ਕੋਈ ਤਮਾ ਹੈ? ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਤਮਾ ਹੈ? ਵੱਡਾ ਦਾਤਾ ਤਿਲ ਨਾ ਤਮਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਦਾਤਾ ਉਹ ਜਿਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਦੇ ਕੇ ਗੁਰਮੁਖ ਪਿਆਰਿਓ ਤਮਾ ਹੈ ਨਹੀਂ। ਤੇ ਬੰਦਾ ਜੇਕਰ ਕਿਸੇ ਨੂੰ ਕੋਈ ਵਸਤੂ ਦਿੰਦਾ ਤੇ ਫਿਰ ਕਦੇ ਨਾ ਕਦੇ ਚਿਤਾਰ ਵੀ ਦਿੰਦਾ, 4 ਬੰਦਿਆਂ ਵਿੱਚ ਕਹਿ ਦਿੰਦਾ ਵੀ ਜੇਕਰ ਮੈਂ ਫਲਾਣੇ ਬੰਦੇ ਦੀ ਸਹਾਇਤਾ ਨਾ ਕਰਦਾ ਜਦੋਂ ਇਹਦੇ 'ਤੇ ਮਾੜਾ ਵਕਤ ਸੀ ਤੇ ਇਹਦੇ ਤੱਪੜ ਰੁਲ ਜਾਣੇ ਸੀ, ਚਿਤਾਰ ਦਿੰਦਾ ਨਾ 4 ਬੰਦਿਆਂ ਦੇ ਵਿੱਚ ਦੇ ਕੇ। ਪਰ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਉਹ ਕਦੇ ਨਹੀਂ ਗੁਰਮੁਖ ਪਿਆਰਿਓ ਚਿਤਾਰਦਾ। ਉਹ ਤੇ ਏਡਾ ਦਿਆਲੂ ਕਿਰਪਾਲੂ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਯੁਗਾ ਯੁਗੰਤਰ ਖਾਹੀ ਖਾਹੇ। ਬੰਦਾ ਖਾਂਦਿਆਂ ਖਾਂਦਿਆਂ ਬੁੱਢਾ ਹੋ ਜਾਂਦਾ, ਦੰਦ ਟੁੱਟ ਜਾਂਦੇ ਨੇ, ਬਜ਼ੁਰਗ ਹੋ ਜਾਂਦਾ, ਦੰਦ ਟੁੱਟ ਜਾਂਦੇ ਨੇ ਮੂੰਹ ਦੇ ਵਿੱਚੋਂ, ਖਾਂਦਿਆਂ ਖਾਂਦਿਆਂ ਨਕਲੀ ਲਵਾਉਣੇ ਪੈਂਦੇ ਨੇ, ਪਰ ਦੇਣ ਵਾਲਾ ਦੇਈ ਜਾਂਦਾ, ਦੇਈ ਜਾਂਦਾ। ਬੰਦਾ ਕੱਪੜੇ ਪਾਉਂਦਿਆਂ ਪਾਉਂਦਿਆਂ ਬੁੱਢਾ ਹੋ ਜਾਂਦਾ, ਥੱਕ ਜਾਂਦਾ, ਪਰ ਦੇਣ ਵਾਲਾ ਫਿਰ ਵੀ ਦੇਈ ਜਾਂਦਾ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹ ਕਦੇ ਚਿਤਾਰਦਾ ਵੀ ਨਹੀਂ। ਤੇ ਇੱਕ ਉਸ ਦਾਤੇ ਦੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਗੁਰਮੁਖ ਪਿਆਰਿਓ ਕਦੇ ਤੋਟ ਨਹੀਂ ਆਉਂਦੀ, ਕਦੇ ਕਮੀ ਨਹੀਂ ਆਉਂਦੀ। ਭਰੇ ਭੰਡਾਰ ਅਖੁੱਟ ਅਤੋਲ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਕਿੱਡਾ ਵੱਡਾ ਦਿਆਲੂ ਹੈ, ਕਿੱਡਾ ਵੱਡਾ ਦਾਤਾ ਹੈ।
गुरु पातशाह ने कृपा की दया करन, जिहड़ा वाहिगुरू परमात्मा सारे जीवां ते दया करन वाला है। जेकर तू ए जीव उस मालक दे नाम दे नाल जुड़ जावे ना ते दुख हरन, जिन्ने भी तेरे दुख ने वो सारे कट्टे जाणगे। दुख वो हरन वाला है, दुख पर हर सुख घर लै जाए। ते गुरु पातशाह ने कृपा की दयाल पुरख भगवान नानक लिपत ना माया। कहन लगे जिहड़े परमात्मा वाहिगुरू रब जी दे नाल जुड़ गए ना, उन्हां नूं गुरमुख प्यारिओ नानक लिपत ना माया। माया विच रहिंदिआं होइआं भी उहदी जिहड़ी सुरत है जीव दी, फिर परमात्मा रब वाहिगुरू दे नाल जुड़ी रहिंदी है। माया दे विच रहिंदिआं होइआं भी माया दा ये कह लो भी जिहड़ी माया दी तृष्णा है उन्हां जीवां दे उत्ते कदे नहीं व्यापदी। ते आपां एक सतगुरु पातशाह दी पावन बाणी दे विच बचन पढ़दे हैं कि माया धारी अत अन्ना बोला। कई बारी आपां सोचदे हैं भी जिहड़ा शायद माया धारी बंदा है ते माया धारी बंदा हर एक अन्ना अते बोला नहीं। सतगुरु पातशाह ने कृपा की भी माया धारी असल दे विच कौन है। माया धारी दा खुलासा गुरु पातशाह ने पावन बाणी विच कीता है, जिहदी सुरत दे विच गुरमुख प्यारिओ माया वस गई होवे। देखो मैं बेनती करां भी जिहड़ी माया है, माया नूं सतगुरु पातशाह ने माड़ी नहीं आखिया। जिहड़ी माया है ये गुजरान है, पर बंदे ने गलती की, भुल की। जिहड़ी माया नूं बंदे ने गुजरान समझना सी ते उस माया नूं बंदे ने भगवान बना लिया। शाह दौले दे कोल गुरु हरगोबिंद पातशाह ने वचन नहीं सी कीता, पुत्तर निशान है, औरत ईमान है ते दौलत गुजरान है। आ जिहड़ी दौलत बंदे नूं दत्ती है परमात्मा ने ये गुजारा करन वास्ते, पर बंदे ने इहदे विच अपना चित्त ला लिया ते भगवान नूं इहने बना लिया गुजरान। ते जिहड़ी गुजरान बनाउणी सी माया, ते माया नूं इहने बना लिया भगवान। ते जदों बंदे दे सुरत दे विच माया वड़ जावे ना, वो बंदा गुरमुख प्यारिओ माया धारी है। माया धारी एक भीख मंगण वाला भी हो सकता है, चेता रखियो। एक भिखारी भीख मंगण वाला बंदा भी माया धारी हो सकता है। ते जेकर नहीं हो सकता तो एक करोड़पति अरबां खरबां पति भी नहीं हो सकता। माया धारी दा भाव जिहदी सुरत दे विच गुरमुख प्यारिओ माया वस गई होवे। ते गुरु पातशाह कहंदे दयाल पुरख भगवान है नानक लिपत ना माया। माया दी जिहड़ी तृष्णा है फिर उस मनुख नूं व्यापदी नहीं। वड्डे वड्डे जो दीसै लोग तिनको व्यापे चिंता रोग, वड्डे वड्डे राजन अर भूमन तां कि तृष्ण ना बूझी। नहीं तो वड्डे वड्डे दुनिया के आपां लोग वेखदे हैं भी जिन्हां दी गुरमुख प्यारिओ कदे तृष्णा खत्म ही नहीं हुंदी। देंदा दे लैंदे थक पाहे, लैंदियां लैंदियां भी मनुख गुरमुख प्यारिओ रजदा नहीं। लैंदियां लैंदियां भी मनुख दा मन कदे रजदा नहीं। अखीं वेखना रजियां बहु रंग तमाशे। भाई गुरदास जी ने तो इत्थों तक जिक्र किया, कहन लगे तृष्णा केवल माया ही दी नहीं, जेकर इनू शरीर वाले पासे लाइए तो शरीर के अंगां की गुरमुख प्यारिओ किन्नी तृष्णा है। अखां कदे रजदियां ने, कन कदे रजदा है, जुबान कदे रजदी है। ये रंग तमाशे वेख के जिहड़े शरीर के इंद्रे ने इन्हां दी तृष्णा भी दूर नहीं हुंदी। पर गुरु पातशाह ने कृपा की, जिहड़ा वाहिगुरू परमेश्वर दे नाल अपनी सांझ बना लैंदा है ना, नानक लिपत ना माया, उहदे ते माया अपना प्रभाव नहीं पाउंदी, उहदे ते माया अपना असर नहीं पाउंदी। भाहे बलंदड़ी बुझ गई रखंदड़ो प्रभ आप, जिन उपाई मेदनी नानक सो प्रभ जाप। भाहे बलंदड़ी बुझ गई दा भाव कि जिहड़ी अंदर दी तृष्णा सी ना, अंदर दी तृष्णा खत्म हो गई। रखंदड़ो प्रभ आप, ते जिहड़ा वाहिगुरू नूं अपना मित्र बना लैंदा है ना, वो वाहिगुरू परमात्मा अपने भगत दी अपने सेवक दी आप रखिया करदा है। अज आपां बाबा नामदेव जी का गुरमुख प्यारिओ जन्मदिन मना रहे हैं। बाबा नामदेव जी का सब तो पहला तो बाबा नामदेव जी के जन्म दिहाड़े दियां आप जी नूं लख लख मुबारकां होण, बधाइयां होण। श्रोमणी भगत बाबा नामदेव जी के जन्म दिहाड़े दियां। ते इन्हां दा जिहड़ा जन्म होया ना 1270 दे विच क्यादू नदी के किनारे महाराष्ट्र ते हंगोली नाम का प्रांत है। इन्हां दे जिहड़ा पिता का नाम सी वो सी दाम सेठ। बाबा नामदेव जी के जिहड़े पिता सन उन्हां दा नाम सी दाम सेठ, ते माता का नाम सी गुरमुख प्यारिओ गोना बाई। गोना बाई इन्हां दी माता का नाम है। इन्हां दी घरवाली दा पत्नी का नाम सी राजा बाई। ते इन्हां दे 4 पुत्र ते 1 धी सी।
ਚਾਰ ਪੁੱਤਰ ਕਿਹੜੇ ਸੀ ਬਾਬਾ ਨਾਮਦੇਵ ਜੀ ਦੇ? ਇੱਕ ਦਾ ਨਾਮ ਸੀ ਨਾਰਾਇਣ ਜੀ, ਇੱਕ ਦਾ ਨਾਮ ਸੀ ਮਹਾਦੇਵ ਜੀ, ਇੱਕ ਦਾ ਨਾਮ ਸੀ ਬੀਠਲ ਦਾਸ ਜੀ, ਇੱਕ ਦਾ ਨਾਮ ਸੀ ਗੋਬਿੰਦ ਦਾਸ, ਅਤੇ ਇੱਕ ਪੰਜਵੀਂ ਧੀ ਸੀ ਉਹਦਾ ਨਾਮ ਸੀ ਲਿੰਬਾ ਬਾਈ। ਇਹਨਾਂ ਦੀ ਜਿਹੜੀ ਸੱਸ ਸੀ, ਸੱਸ ਦਾ ਨਾਮ ਸੀ ਦੇਵਕੀ ਬਾਈ ਅਤੇ ਸਹੁਰੇ ਦਾ ਨਾਮ ਸੀ ਗੋਬਿੰਦ ਸੇਠ। 1270 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਅਤੇ 1350 ਦੇ ਵਿੱਚ ਇਹਨਾਂ ਦਾ ਚਲਾਣਾ ਹੁੰਦਾ ਹੈ। 80 ਸਾਲ ਦੀ ਕੁੱਲ ਆਜੂ ਬਾਬਾ ਨਾਮਦੇਵ ਜੀ ਨੇ ਬਤੀਤ ਕੀਤੀ ਹੈ। ਅਤੇ ਗੁਰਦਾਸਪੁਰ ਦੇ ਵਿੱਚ ਇੱਕ ਨਗਰ ਜ਼ਿਲ੍ਹੇ ਦੇ ਵਿੱਚ ਪੈਂਦਾ ਘੁਮਾਣ, ਘੁਮਾਣ ਨਗਰ ਦੇ ਵਿੱਚ ਗੁਰਮੁਖ ਪਿਆਰਿਓ ਇਹਨਾਂ ਦਾ ਜਿਹੜਾ ਸਰੀਰਕ ਚਲਾਣ ਹੈ, ਸਰੀਰਕ ਯਾਤਰਾ ਹੈ, ਉਹ ਪੂਰੀ ਹੁੰਦੀ ਹੈ। 80 ਸਾਲ ਦਾ ਸਮਾਂ ਇਹਨਾਂ ਨੇ ਧਰਤੀ ਦੇ ਤਖਤੇ 'ਤੇ ਬਤੀਤ ਕੀਤਾ ਹੈ। ਇਹ ਵੀ ਚੇਤਾ ਰੱਖਿਓ ਵੀ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਇਹਨਾਂ ਦੇ ਗੁਰਮੁਖ ਪਿਆਰਿਓ 61 ਦੇ ਤਕਰੀਬਨ ਸ਼ਬਦ ਨੇ, 61 ਦੇ ਤਕਰੀਬਨ ਸ਼ਬਦ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ। ਅਤੇ 3 ਗ੍ਰੰਥ ਇਹਨਾਂ ਦੇ ਬੜੇ ਪ੍ਰਚਲਿਤ ਨੇ, ਇੱਕ ਤੇ ਅਭੰਗ ਰਗ ਭਗ ਅਤੇ ਇੱਕ ਨਾਮਦੇਵ ਗਾਥਾ, ਇੱਕ ਪੁੰਡਰਪੁਰ ਗਾਥਾ। ਇਹ 3 ਇਹਨਾਂ ਦੇ ਗ੍ਰੰਥ ਨੇ ਜਿਹੜੇ ਕਿ ਬਾਬਾ ਨਾਮਦੇਵ ਜੀ ਨਾਲ ਸੰਬੰਧਿਤ ਰੱਖਦੇ ਨੇ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਸਮੁੱਚੇ ਭਗਤ ਸਾਹਿਬਾਨਾਂ ਦਾ ਗੁਰਮੁਖੋਂ ਜ਼ਿਕਰ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਧਾਮ ਕੋ ਸ਼ੀਪਰੋ ਹੋਇਓ ਲਾਖੀਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੇਖੋ ਸਿੱਖੋ, ਜਿਹੜੇ ਬਾਬਾ ਨਾਮਦੇਵ ਜੀ ਨੂੰ ਨੀਵਾਂ ਕਹਿ ਕੇ, ਸ਼ੂਦਰ ਕਹਿ ਕੇ, ਨੀਵਾਂ ਕਹਿ ਕੇ ਲੋਕੀ ਕਹਿੰਦੇ ਸੀ ਵੀ ਅੱਧੀ ਕੌਡੀ ਦਾ ਸ਼ਿੰਬਾ, ਆਂਡ ਦਾਮ ਕੋ ਸ਼ੀਪਰੋ, ਸ਼ੀਪਰੋ ਦਾ ਭਾਵ ਹੈ ਸ਼ਿੰਬਾ, ਕਿਉਂਕਿ ਸ਼ਿੰਬਿਆਂ ਦੇ ਘਰ ਦੇ ਵਿੱਚ ਜਨਮ ਹੋਇਆ ਸੀ ਨਾ। ਜਿਹੜੇ ਅਖੌਤੀ ਬ੍ਰਾਹਮਣ ਨੇ ਇਹ ਜਾਤਾਂ ਬਣਾਈਆਂ ਸੀ ਅਤੇ ਨੀਵੀਂ ਜਾਤੀ ਗਿਣੀ ਜਾਂਦੀ ਸੀ। ਕਹਿੰਦੇ ਵੇਖੋ ਜਿਹਨੂੰ ਲੋਕੀ ਅੱਧੀ ਕੌਡੀ ਦਾ ਸ਼ੀਪਾ ਕਹਿੰਦੇ ਸੀ, ਪਰਮਾਤਮਾ ਦਾ ਨਾਮ ਜਪ ਕੇ ਉਹ ਲੱਖਾਂ ਦਾ ਹੋ ਗਿਆ। ਬੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਾਰਾ ਭਇਓ ਗੁਣੀ ਗਹੀਰਾ। ਕਹਿੰਦੇ ਜਿਹਨੂੰ ਅੱਧੀ ਕੌਡੀ ਦਾ ਜਲਾਹਾ ਕਹਿੰਦੇ ਸੀ ਬਾਬਾ ਕਬੀਰ ਜੀ ਨੂੰ, ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਉਹ ਵੀ ਕਿੰਨੇ ਗੁਣਾਂ ਨਾਲ ਭਰਪੂਰ ਹੋ ਗਿਆ ਅਤੇ ਉਹ ਵੀ ਲੱਖਾਂ ਦਾ ਹੋ ਗਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਨਾ ਇੱਕ ਵਾਰ ਕੁਝ ਰਾਗੀ ਸਿੰਘਾਂ ਨੇ ਬਾਬਾ ਕਬੀਰ ਜੀ ਦਾ ਸ਼ਬਦ ਪੜ੍ਹਿਆ, ਬਾਬਾ ਕਬੀਰ ਜੀ ਦਾ, ਬਾਬਾ ਨਾਮਦੇਵ ਜੀ ਦਾ। ਅਤੇ ਸਤਿਗੁਰੂ ਪਾਤਸ਼ਾਹ ਜਦੋਂ ਸ਼ਬਦ ਦੀ ਸਮਾਪਤੀ ਹੋਈ ਨਾ, ਗੁਰੂ ਪਾਤਸ਼ਾਹ ਨੇ ਸਵਾਲ ਕੀਤਾ, ਕਹਿੰਦੇ ਸਿੱਖੋ ਤੁਹਾਡੇ ਵਿੱਚੋਂ ਇਹ ਦੱਸੋ ਵੀ ਬਾਬਾ ਕਬੀਰ ਜੀ ਦੇ ਸਮੇਂ ਦਾ ਬਾਦਸ਼ਾਹ ਕੌਣ ਸੀ? ਹੁਣ ਤੁਹਾਨੂੰ ਪਤਾ ਜਿੰਨੇ ਬੈਠੇ ਹੋ ਵੀ ਬਾਬਾ ਕਬੀਰ ਜੀ ਦੇ ਸਮੇਂ ਦਾ ਬਾਦਸ਼ਾਹ ਕੌਣ ਸੀ। ਜੇ ਕੋਈ ਸੁਭਾਵਕ ਸਵਾਲ ਕਰੇ ਬਾਬਾ ਨਾਮਦੇਵ ਜੀ ਦੇ ਸਮੇਂ ਦਾ ਰਾਜਾ ਕੌਣ ਸੀ ਪਤਾ ਹੈ? ਅਤੇ ਕਿਸੇ ਨੇ ਕੋਈ ਕਿਹਾ, ਕਿਸੇ ਨੇ ਕੋਈ ਕਿਹਾ, ਕੋਈ ਸਹੀ ਜਵਾਬ ਨਹੀਂ ਦੇ ਸਕਿਆ। ਅਤੇ ਗੁਰੂ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਵੀ ਗੁਰੂ ਪਾਤਸ਼ਾਹ ਤੁਸੀਂ ਪੁੱਛਦੇ ਕਿਉਂ? ਸਤਿਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ? ਹਜ਼ੂਰ ਕਹਿਣ ਲੱਗੇ ਵੀ ਸਮਝਣ ਵਾਲੀ ਗੱਲ ਹੈ, ਥੋੜ੍ਹਾ ਸਮਝਣ ਵਾਲੀ ਗੱਲ ਹੈ ਵੀ ਜਦੋਂ ਬਾਬਾ ਕਬੀਰ ਜੀ ਹੋਣਗੇ, ਬਾਬਾ ਕਬੀਰ ਜੀ ਆਪਣੇ ਸਮੇਂ ਵਿੱਚ ਜਦੋਂ ਹੋਣਗੇ ਉਦੋਂ ਉਹਨਾਂ ਦਾ ਨਾਮ ਕੋਈ ਵੀ ਨਹੀਂ ਜਾਣਦਾ ਹੋਵੇਗਾ, ਅਤੇ ਉਹ ਸਮੇਂ ਦਾ ਜਿਹੜਾ ਰਾਜਾ ਹੋਵੇਗਾ ਅਤੇ ਰਾਜੇ ਦਾ ਨਾਮ ਸਾਰੇ ਲੋਕੀ ਜਾਣਦੇ ਹੋਣਗੇ। ਜਿਵੇਂ ਅੱਜ ਦੇ ਰਾਜੇ ਨੇ, ਅੱਜ ਦੇ ਰਾਜਿਆਂ ਦਾ ਲੋਕੀ ਸਾਰੇ ਨਾਮ ਜਾਣਦੇ ਨੇ, ਪਰ ਹੋ ਸਕਦਾ ਅਗਾਂਹ ਆਉਣ ਵਾਲੇ ਸਮੇਂ ਵਿੱਚ ਕੋਈ ਇਹਨਾਂ ਦਾ ਨਾਮ ਥੇ ਵੀ ਨਾ ਜਾਣਦਾ ਹੋਵੇ। ਗੁਰੂ ਪਾਤਸ਼ਾਹ ਕਹਿੰਦੇ ਬਾਬਾ ਕਬੀਰ ਜੀ ਦੇ ਸਮੇਂ ਦਾ ਜਿਹੜਾ ਰਾਜਾ ਸੀ ਉਹਦਾ ਅੱਜ ਨਾਮ ਕੋਈ ਵੀ ਨਹੀਂ ਜਾਣਦਾ, ਅਤੇ ਉਹ ਸਮੇਂ ਬਾਬਾ ਕਬੀਰ ਜੀ ਦਾ ਨਾਮ ਕੋਈ ਵੀ ਨਹੀਂ ਜਾਣਦਾ ਹੋਵੇਗਾ। ਰਾਜੇ ਦਾ ਨਾਮ ਜਾਣਦੇ ਹੋਣਗੇ, ਪਰ ਅੱਜ ਵੇਖੋ ਬਾਬਾ ਕਬੀਰ ਜੀ ਦੇ ਸਮੇਂ ਦੇ ਰਾਜਾ ਕੌਣ ਸੀ ਇਹ ਲੋਕਾਂ ਨੂੰ ਕੋਈ ਨਹੀਂ ਪਤਾ, ਪਰ ਬਾਬਾ ਕਬੀਰ ਜੀ ਦਾ ਨਾਮ ਬੱਚਾ ਬੱਚਾ ਜਾਣਦਾ ਹੈ। ਬਾਬਾ ਕਬੀਰ ਜੀ ਦਾ ਨਾਮ ਸਾਰੇ ਜਾਣਦੇ ਨੇ। ਬਾਬਾ ਕਬੀਰ ਜੀ ਦੇ ਸਮੇਂ ਦਾ ਰਾਜਾ ਹੋਇਆ ਸਿਕੰਦਰ, ਅਤੇ ਸਿਕੰਦਰ ਜਦੋਂ ਬਾਬਾ ਕਬੀਰ ਜੀ ਦੇ ਸਮੇਂ ਹੋਵੇਗਾ ਅਤੇ ਦੁਨੀਆ ਵਿੱਚ ਉਹਦਾ ਨਾਮ ਹੋਵੇਗਾ, ਸਾਰੇ ਦੁਨੀਆ ਦੇ ਲੋਕ ਉਹਦਾ ਨਾਮ ਜਾਣਦੇ ਹੋਣਗੇ। ਪਰ ਹੌਲੀ ਹੌਲੀ ਵਕਤ ਲੰਘਦਾ ਗਿਆ, ਲੰਘਦਾ ਗਿਆ, ਸਿਕੰਦਰ ਦਾ ਨਾਮ ਸਾਰੇ ਭੁੱਲ ਗਏ ਅਤੇ ਬਾਬਾ ਕਬੀਰ ਜੀ ਦਾ ਨਾਮ ਚਾਰੇ ਪਾਸੇ ਪ੍ਰਚਲਿਤ ਹੋ ਗਿਆ। ਬਾਬਾ ਨਾਮਦੇਵ ਜੀ ਦੇ ਸਮੇਂ ਮੁਹੰਮਦ ਬਿਨ ਤੁਗਲਕ, ਉਹਦਾ ਨਾਮ ਚਾਰੇ ਪਾਸੇ ਗੁੱਡੀ ਅਸਮਾਨ ਦੇ ਵਿੱਚ ਉੱਡਦੀ ਹੋਵੇਗੀ, ਚਾਰੇ ਪਾਸੇ ਲੋਕੀ ਨਾਮ ਜਾਣਦੇ ਹੋਣਗੇ। ਪਰ ਅੱਜ ਕਿੰਨੇ ਕੁ ਲੋਕ ਨੇ ਜਿਹੜਾ ਉਹਦਾ ਨਾਮ ਜਾਣਦੇ ਨੇ, ਪਰ ਬਾਬਾ ਨਾਮਦੇਵ ਜੀ ਦਾ ਨਾਮ ਸਾਰੇ ਜਾਣਦੇ ਨੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਤੇ ਤਾਂ ਕਹਿੰਦਾ ਸੀ ਵੀ ਜਿਹੜਾ ਭਗਤ ਹੈ ਪਰਮਾਤਮਾ ਨਾਲ ਸਾਂਝ ਪਾਉਣ ਵਾਲਾ, ਅਤੇ ਚਾਰੇ ਪਾਸੇ ਕਿਵੇਂ ਉਹ ਪ੍ਰਗਟ ਹੋ ਜਾਂਦਾ ਹੈ।
ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਂਢ ਦਾਮ ਕੋ ਛੀਪਰੋ ਹੋਇਓ ਲਾਖੀਣਾ। ਤੇ ਇੱਕ ਘਟਨਾ ਬਾਬਾ ਨਾਮਦੇਵ ਜੀ ਦੇ ਜੀਵਨ ਦੇ ਵਿੱਚ ਵਾਪਰਦੀ ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਹੈ, ਹਾਸਤ ਖੇਲਤ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਛੀਨੜੀ ਜਾਤ ਕਹਿਣ ਲੱਗੇ, ਜਿਹੜੀ ਜਦੋਂ ਮੈਂ ਮੰਦਰ ਦੇ ਵਿੱਚ ਗਿਆ ਨਾ ਤੇ ਪਾਂਡੇ ਕਹਿਣ ਲੱਗੇ ਵੀ ਤੇਰੀ ਨੀਵੀਂ ਜਾਤ ਹੈ ਤੇ ਨੀਵੀਂ ਜਾਤ ਵਾਲੇ ਨੂੰ ਭਗਤੀ ਕਰਨ ਦਾ ਅਧਿਕਾਰ ਕੋਈ ਨਹੀਂ। ਤੇ ਉਹਨਾਂ ਨੇ ਬਾਂਹ ਤੋਂ ਪਕੜ ਕੇ ਮੈਨੂੰ ਧੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ। ਕਹਿਣ ਲੱਗੇ, ਹੀਨੜੀ ਜਾਤ ਮੇਰੇ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਹੇ ਪ੍ਰਮਾਤਮਾ, ਜੇਕਰ ਮੈਨੂੰ ਨੀਵੀਂ ਜਾਤ ਦੇ ਵਿੱਚ ਪੈਦਾ ਕਰਨਾ ਸੀ ਤੇ ਤੂੰ ਪੈਦਾ ਹੀ ਨਾ ਕਰਦਾ, ਜੇਕਰ ਨੀਵੀਂ ਜਾਤ ਵਾਲੇ ਨੂੰ ਤੇਰਾ ਨਾਮ ਲੈਣ ਦਾ ਹੱਕ ਨਹੀਂ। ਨੀਵੀਂ ਜਾਤੀ ਵਾਲੇ ਨੂੰ ਜੇਕਰ ਤੇਰਾ ਨਾਮ ਲੈਣ ਦਾ ਅਧਿਕਾਰ ਨਹੀਂ, ਫਿਰ ਤੂੰ ਛਿੰਬਿਆਂ ਦੇ ਘਰ ਦੇ ਵਿੱਚ, ਨੀਵੀਂ ਜਾਤੀ ਦੇ ਲੋਕਾਂ ਦੇ ਘਰ ਦੇ ਵਿੱਚ ਫਿਰ ਮੈਨੂੰ ਪੈਦਾ ਹੀ ਕਿਉਂ ਕੀਤਾ। ਤੇ ਕਹਿੰਦੇ, ਲੈ ਕਮਲੀ ਚੱਲਿਓ ਪਲਟਾਏ, ਦੇਹੋਰੇ ਪਾਛੈ ਬੈਠਾ ਆਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੇ ਉਹ ਦੋਹਰਾ ਫਿਰੈ। ਕਹਿੰਦੇ ਬਾਬਾ ਨਾਮਦੇਵ ਜੀ ਆਪਣੇ ਮਾਲਕ ਨੂੰ ਯਾਦ ਕਰਦੇ ਨੇ ਤੇ ਮੰਦਰ ਤੋਂ ਪੁੰਡਰਪੁਰ ਦੇ ਵਿੱਚ ਮੰਦਰ ਹੈ, ਕਹਿੰਦੇ ਅੱਜ ਵੀ ਘੁੰਮਿਆ ਹੋਇਆ। ਕਹਿੰਦੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਉਰਾ ਫਿਰੈ। ਤੇ ਆਪਾਂ ਜਦੋਂ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਦੀ ਆਰੰਭਤਾ ਕਰਦੇ ਹਾਂ, ਉਦੋਂ ਨਹੀਂ ਗੁਰਮੁਖੋ ਬਚਨ ਪੜ੍ਹਦੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕਹਿਣ ਲੱਗੇ, ਜਿਹੜਾ ਹਰਨਾਕਸ਼ ਸੀ, ਹਰਨਾਕਸ਼ ਨੂੰ ਪਰਮਾਤਮਾ ਨੇ, ਵਾਹਿਗੁਰੂ ਨੇ ਖਤਮ ਕੀਤਾ ਤੇ ਆਪਣੇ ਭਗਤ ਦੀ ਰੱਖਿਆ ਕੀਤੀ। ਹੰਕਾਰੀਆਂ ਪੰਡਤਾਂ ਨੂੰ ਮੰਦਰ ਦੀ ਪਿੱਠ ਕਰ ਦਿੱਤੀ ਤੇ ਨਾਮ ਦਿਓ ਮੁਖ ਲਾਇਆ। ਕਹਿਣ ਲੱਗੇ, ਜਿਹੜਾ ਬਾਬਾ ਨਾਮਦੇਵ ਜੀ ਸੀ, ਬਾਬਾ ਨਾਮਦੇਵ ਜੀ ਦੀ ਲਾਜ ਰੱਖੀ ਪਰਮਾਤਮਾ ਨੇ। ਜੁਗ ਜੁਗ ਭਗਤੋ ਪਾਇਆ, ਹਰ ਪੈਜ ਰੱਖਦਾ ਆਇਆ ਰਾਮ ਰਾਜੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕਹਿਣ ਲੱਗੇ, ਜਿਹੜਾ ਭਗਤ ਹੈ ਨਾ, ਭਗਤਾਂ ਦੀ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ, ਪਹਿਰਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਤੂੰ ਆਪ ਰੱਖਿਆ ਕਰਦਾ। ਇੱਕ ਆਪਾਂ ਹੁਕਮਨਾਮਾ ਸਾਹਿਬ ਬੜੀ ਵਾਰੀ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਜਿਹੜਾ ਪਰਮਾਤਮਾ ਹੈ ਨਾ, ਪਰਮਾਤਮਾ ਦਾ ਇਹ ਬਿਰਧ, ਇਹ ਸੁਭਾਅ ਹੈ ਵੀ ਉਹ ਆਪਣੇ ਭਗਤ ਦੀ ਰੱਖਿਆ ਕਰਦਾ ਹੈ। ਆਪਣੇ ਭਗਤ ਤੇ ਕਦੇ ਔਖੀ ਘੜੀ ਪਰਮਾਤਮਾ ਆਉਣ ਹੀ ਨਹੀਂ ਦਿੰਦਾ। ਕਿਸੇ ਸਿਆਣੇ ਸੂਝਵਾਨ ਦਾਨੇ ਪੁਰਖ ਨੇ ਇੱਕ ਬੜੀ ਵਧੀਆ ਕਹਾਣੀ ਲਿਖੀ ਸੀ। ਇੱਕ ਜਿਹੜਾ ਕਿ ਬੜੀ ਅਮੀਰੀ ਦੀ ਤੈਸ਼ ਦੇ ਵਿੱਚ ਹੰਕਾਰਿਆ ਹੋਇਆ ਬੰਦਾ ਹੈ ਨਾ, ਬੜੀ ਉੱਚੀ ਥਾਂ 'ਤੇ ਉਹਦਾ ਮਕਾਨ ਹੈ ਤੇ ਉਹ ਆਪਣੇ ਘਰ ਦੇ ਵਿੱਚ ਆਪਣੇ ਔਰਤ ਦੇ ਨਾਲ ਰਹਿੰਦਾ। ਔਰਤ ਵੀ ਸੋਚਦੀ ਆ ਵੀ ਮੇਰੇ ਘਰ ਦੇ ਕੋਲ ਰਾਜਨੀਤਿਕ ਪਾਵਰ ਹੈ, ਅਹੁਦਾ ਹੈ, ਪਦਵੀ ਹੈ, ਪੈਸਾ ਬੜਾ ਹੈ। ਇੱਕ ਅਹੁਦੇ ਦਾ ਹੰਕਾਰ ਤੇ ਇੱਕ ਪੈਸੇ ਦਾ ਹੰਕਾਰ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਕਿਰਪਾ ਕੀਤੀ, ਧਨ ਜੋਬਨ ਪ੍ਰਭਤਾ ਕੇ ਮਦਮੈ, ਅਹਨਸ ਫਿਰੈ ਦੀਵਾਨਾ। ਤਿੰਨ ਤਰ੍ਹਾਂ ਦੇ ਨਸ਼ੇ ਨੇ ਜੀ। ਇੱਕ ਤੇ ਬੰਦੇ ਕੋਲ ਧਨ ਆ ਜਾਵੇ ਤੇ ਫਿਰ ਵੀ ਕਈ ਵਾਰੀ ਬੰਦੇ ਦੀ ਹਵਾ ਖਰਾਬ ਹੋ ਜਾਂਦੀ ਹੈ, ਬੰਦਾ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ। ਇੱਕ ਬੰਦੇ 'ਤੇ ਜਵਾਨੀ ਹੋਵੇ ਤੇ ਕਹਿੰਦੇ ਜਵਾਨੀ ਦੇ ਸਮੇਂ ਦੇ ਵਿੱਚ ਵੀ ਭਾਵੇਂ ਕੁੱਲੀ ਵਿੱਚ ਕੱਖ ਨਾ ਹੋਵੇ, ਜਵਾਨੀ ਦੇ ਸਮੇਂ ਦੇ ਵਿੱਚ ਬੰਦੇ ਦੀ ਤੋਰ ਬਦਲ ਜਾਂਦੀ ਹੈ, ਬੰਦੇ ਦਾ ਬੜਾ ਕੁਝ ਤਬਦੀਲ ਹੋ ਜਾਂਦਾ ਹੈ। ਇੱਕ ਧਨ, ਇੱਕ ਜਵਾਨੀ ਤੇ ਇੱਕ ਅਹੁਦਾ ਪਦਵੀ ਆ ਜਾਵੇ, ਭਾਵੇਂ ਚਾਰ ਵਾਲੇ ਹੀ ਹੱਥ ਜੋੜਨ ਵਾਲੇ ਹੋਣ, ਛੋਟੀ ਜੀ ਹੀ ਪਦਵੀ ਹੋਵੇ, ਛੋਟੀ ਜੀ ਪਦਵੀ ਦੇ ਨਾਲ ਹੀ ਬੰਦਾ ਗੁਰਮੁਖ ਪਿਆਰਿਓ ਹੰਕਾਰ ਦੇ ਵਿੱਚ ਆਫਰ ਕੇ ਤੁਰਦਾ, ਆਕੜ ਕੇ ਤੁਰਦਾ। ਪਰ ਹੁਣ ਜਿਹੜੇ ਬੰਦੇ ਕੋਲ ਜਵਾਨੀ ਵੀ ਹੋਵੇ, ਧਨ ਵੀ ਹੋਵੇ, ਪਦਵੀ ਵੀ ਹੋਵੇ, ਨਸ਼ਾ ਤਾਂ ਇੱਕੋ ਬੜਾ ਹੁੰਦਾ, ਧਨ ਦਾ ਹੋਵੇ, ਜੋਬਨ ਦਾ ਹੋਵੇ, ਭਾਵੇਂ ਪਦਵੀ ਦਾ ਹੋਵੇ, ਤਿੰਨੇ ਜੇਕਰ ਇਕੱਠੇ ਹੋ ਜਾਣ ਤੇ ਬੰਦੇ ਦੀ ਮੱਤ ਮਾਰੀ ਜਾਵੇਗੀ ਕਿ ਨਹੀਂ ਮਾਰੀ ਜਾਵੇਗੀ। ਉਹ ਬੰਦੇ ਦੇ ਕੋਲ ਧਨ ਵੀ ਕਾਫੀ ਹੈ ਤੇ ਉਹਨੂੰ ਆਪਣੀ ਪਦਵੀ ਦਾ ਵੀ ਬੜਾ ਹੰਕਾਰ ਹੈ। ਇੱਕ ਪਰਮਾਤਮਾ ਦਾ ਭਗਤ ਗਲੀ ਦੇ ਵਿੱਚੋਂ ਲੰਘਿਆ ਜਾਂਦਾ ਸੀ, ਇਸ ਦੀ ਔਰਤ ਪਾਨ ਚਬਾਉਂਦੀ ਹੈ। ਪਾਨ ਚਬਾਉਂਦਿਆਂ ਚਬਾਉਂਦਿਆਂ ਉਹਨੇ ਕੀ ਕੀਤਾ ਵੀ ਜਾਣ ਬੁੱਝ ਕੇ ਜਿਹੜਾ ਪਰਮਾਤਮਾ ਦਾ ਫਕੀਰ ਭਗਤ ਗਲੀ ਵਿੱਚੋਂ ਲੰਘਿਆ ਜਾ ਰਿਹਾ ਹੈ ਨਾ,
ਉਹਦੇ ਮੂੰਹ ਦੇ ਉੱਤੇ ਥੁੱਕ ਦਿੱਤਾ। ਜਾਣ ਬੁੱਝ ਕੇ ਜਦੋਂ ਮੂੰਹ 'ਤੇ ਥੁੱਕਿਆ ਤੇ ਰੱਬ ਦੇ ਪਿਆਰੇ ਫਕੀਰ ਨੇ ਸੋਚਿਆ ਵੀ ਉੱਪਰੋਂ ਪਤਾ ਨਹੀਂ ਕੀ ਆ ਕੇ ਡਿੱਗਿਆ। ਉਹਨੇ ਉੱਪਰ ਵੱਲ ਵੇਖਿਆ, ਉੱਪਰ ਵੇਖਿਆ ਵੀ ਉਹ ਬੰਦੇ ਦੀ ਹੰਕਾਰੀ ਔਰਤ, ਹੰਕਾਰੀ ਪਤਨੀ, ਤੇ ਉਹ ਬੜੇ ਮਾਣ ਦੇ ਵਿੱਚ ਪਾਣ ਚਬਾ ਰਹੀ ਹੈ। ਪਤਾ ਫਕੀਰ ਨੂੰ ਵੀ ਲੱਗ ਗਿਆ ਵੀ ਇਹ ਹੰਕਾਰੀ ਔਰਤ ਨੇ ਮੇਰੇ ਮੂੰਹ ਦੇ ਉੱਤੇ ਪਾਣ ਸੁੱਟ ਦਿੱਤਾ। ਤੇ ਉਹ ਔਰਤ ਦੇ ਕੋਲੋਂ ਉਹ ਫਕੀਰ ਦਾ ਤੱਕਣਾ ਵੀ ਜਰਿਆ ਨਾ ਗਿਆ। ਆਪਣੇ ਪਤੀ ਨੂੰ ਆਵਾਜ਼ ਮਾਰੀ, ਆਪਣੇ ਪਤੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਤੇਰੀ ਕਾਹਦੀ ਪੈਸੇ ਦੀ ਤਾਕਤ, ਤੇਰੀ ਕਾਹਦੀ ਪਦਵੀ, ਤੇਰਾ ਕਾਹਦਾ ਅਹੁਦਾ, ਕੀ ਲੈਣਾ ਮੈਂ ਤੇਰੇ ਅਹੁਦੇ ਤੋਂ, ਕੀ ਲੈਣਾ ਮੈਂ ਤੇਰੀ ਪਦਵੀ ਤੋਂ, ਤੇਰੇ ਪੈਸੇ ਤੋਂ। ਕਹਿਣ ਲੱਗੀ, ਇੱਕ ਮੰਗਤਾ ਜਿਹਾ ਜਾਂਦਾ ਗਲੀ ਦੇ ਵਿੱਚੋਂ ਲੰਘਿਆ ਤੇ ਮੈਂ ਉਹਦੇ 'ਤੇ ਪਾਨ ਖਾ ਕੇ ਥੁੱਕ ਕੀ ਦਿੱਤਾ ਤੇ ਮੈਨੂੰ ਘੂਰ ਘੂਰ ਕੇ ਵੇਖਦਾ ਪਿਆ। ਪਤੀ ਕਹਿਣ ਲੱਗਾ ਵੀ ਇੰਨੀ ਕੁ ਗੱਲ ਹੈ, ਠਹਿਰ ਤੂੰ ਬੈਠ ਇੱਥੇ ਹੀ। ਕਹਿਣ ਲੱਗਾ ਮੈਂ ਹੁਣੇ ਸਿਰ ਪਾੜ ਕੇ ਆਉਂਦਾ। ਤੇਰੇ ਵੇਖਦਿਆਂ ਪੌੜੀ ਉਤਰਿਆ, ਕਿਉਂਕਿ ਕੋਠੇ 'ਤੇ ਸੀ, ਪੌੜੀ ਉਤਰਿਆ, ਡਾਂਗ ਹੱਥ ਦੇ ਵਿੱਚ ਪਕੜੀ। ਉਹ ਫਕੀਰ ਤੁਰਿਆ ਜਾਂਦਾ ਸੁਭਾਵਕ, ਉਹਦੇ ਸਿਰ ਦੇ ਵਿੱਚ ਮਾਰ ਕੇ ਡਾਂਗ ਤੇ ਉਹਦਾ ਸਿਰ ਪਾੜ ਦਿੱਤਾ। ਤੇ ਉਸੇ ਸਮੇਂ ਦੌੜ ਕੇ ਪੌੜੀ ਚੜ੍ਹਿਆ, ਮੈਂ ਦੱਸਾਂ ਜਾ ਕੇ ਆਪਣੀ ਪਤਨੀ ਨੂੰ ਕਿ ਜਿਹੜਾ ਤੇਰੇ ਵੱਲ ਘੂਰ ਕੇ ਵੇਖਦਾ ਸੀ ਮੈਂ ਉਹਦਾ ਸਿਰ ਪਾੜ ਕੇ ਆਇਆ। ਫਕੀਰ ਫਿਰ ਵੀ ਕੁਝ ਨਹੀਂ ਬੋਲਿਆ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਫਕੀਰ ਕੁਝ ਵੀ ਨਹੀਂ ਬੋਲਿਆ। ਪੌੜੀਆਂ ਚੜ੍ਹ ਕੇ ਦੌੜ ਕੇ ਭੱਜ ਕੇ ਪੌੜੀਆਂ ਚੜ੍ਹਦਾ ਵੀ ਮੈਂ ਜਾ ਕੇ ਦੱਸਾਂ ਆਪਣੀ ਘਰਵਾਲੀ ਨੂੰ, ਜਿਹੜਾ ਵੇਖਦਾ ਸੀ ਤੇਰੇ ਵੱਲ ਮੈਂ ਸਿਰ ਪਾੜ ਕੇ ਆਇਆ। ਜਦੋਂ ਅਖੀਰਲੀ ਪੌੜੀ 'ਤੇ ਲੱਗਿਆ ਨਾ ਪੈਰ ਰੱਖਣ, ਤੇ ਇਹੋ ਜਿਹਾ ਪੈਰ ਫਿਸਲਿਆ, ਉਸੇ ਫਕੀਰ ਦੇ ਪੈਰਾਂ ਵਿੱਚ ਜਾ ਕੇ ਡਿੱਗਿਆ ਤੇ ਸਿਰ ਇਹਦਾ ਵੀ ਪਾਟ ਗਿਆ। ਜਿਹੜੀ ਹੰਕਾਰੀ ਪਾਨ ਚੱਬਣ ਵਾਲੀ ਔਰਤ ਸੀ ਨਾ, ਉਹਦਾ ਕੁਝ ਹੰਕਾਰ, ਉਹਦਾ ਕੁਝ ਮਦ ਦੂਰ ਹੋਇਆ, ਉਤਰ ਕੇ ਥੱਲੇ ਆਈ ਤੇ ਫਕੀਰ ਦੇ ਅੱਗੇ ਹੱਥ ਜੋੜੇ। ਫਕੀਰ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ, ਬਾਬਾ ਜੀ ਭੁੱਲ ਗਲਤੀ ਹੋ ਗਈ, ਕਿਰਪਾ ਕਰਕੇ ਖਿਮਾ ਕਰ ਦਿਓ। ਫਕੀਰ ਕਹਿਣ ਲੱਗਾ, ਮੈਂ ਤੇ ਕੁਝ ਨਹੀਂ ਆਖਿਆ। ਕਹਿਣ ਲੱਗੀ, ਨਹੀਂ, ਆ ਜਿਹੜੇ ਤੁਹਾਡੇ ਸਿਰ ਦੇ ਵਿੱਚ ਡਾਂਗ ਮਾਰੀ ਆ ਨਾ, ਅਸਲ ਵਿੱਚ ਮੇਰਾ ਘਰ ਵਾਲਾ ਹੈ, ਤੈਨੂੰ ਮੈਂ ਹੀ ਭੇਜਿਆ ਸੀ। ਫਕੀਰ ਹੱਸਿਆ। ਫਕੀਰ ਹੱਸ ਕੇ ਇੱਕ ਗੱਲ ਕਹਿਣ ਲੱਗਾ, ਕਹਿੰਦਾ, ਬੀਬੀ ਤੇਰੇ ਮਾਲਕ ਦੇ ਵਿੱਚ ਤਾਕਤ ਕਿੰਨੀ ਕੁ ਹੈ ਤੇ ਮੇਰੇ ਮਾਲਕ ਦੇ ਵਿੱਚ ਤਾਕਤ ਕਿੰਨੀ ਕੁ ਹੈ, ਅੱਜ ਪਤਾ ਲੱਗ ਗਿਆ। ਉਹ ਕਹਿਣ ਲੱਗੀ, ਉਹ ਕਿਵੇਂ? ਫਕੀਰ ਕਹਿਣ ਲੱਗਾ, ਬੀਬੀ ਤੇਰੇ ਮਾਲਕ ਦੇ ਵਿੱਚ ਤੇ ਤਾਕਤ ਇੰਨੀ ਕੁ ਹੈ ਕਿ ਤੇਰਾ ਪਤੀ, ਤੇਰਾ ਮਾਲਕ ਤੇਰੇ ਕਹਿਣ 'ਤੇ ਕਿਸੇ ਦਾ ਸਿਰ ਪਾੜ ਸਕਦਾ ਹੈ, ਪਰ ਮੇਰੇ ਮਾਲਕ ਦੀ ਤਾਕਤ ਵੇਖ। ਮੈਂ ਤੇ ਹਲੇ ਆਪਣੇ ਮਾਲਕ ਨੂੰ ਕਿਹਾ ਹੀ ਕੋਈ ਨਹੀਂ, ਉਹਨੇ ਸਿਰ ਪਾੜਨ ਵਾਲੇ ਦਾ ਆਪਣੇ ਆਪ ਹੀ ਸਿਰ ਪਾੜ ਕੇ ਰੱਖ ਦਿੱਤਾ। ਮੇਰਾ ਜਦੋਂ ਸਿਰ ਪਾਟਿਆ, ਮੈਂ ਆਪਣੇ ਮਾਲਕ ਨੂੰ ਹਲੇ ਕੁਝ ਵੀ ਨਹੀਂ ਆਖਿਆ, ਉਹਨੇ ਬਿਨਾਂ ਆਖਣ ਤੋਂ ਹੀ ਸਿਰ ਪਾੜਨ ਵਾਲੇ ਨੂੰ ਮੇਰੇ ਪੈਰਾਂ ਦੇ ਵਿੱਚ ਸਿਰ ਪਾੜ ਕੇ ਪਾ ਦਿੱਤਾ। ਤੂੰ ਮੇਰੇ ਮਾਲਕ ਦੀ ਤਾਕਤ ਵੇਖ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਪ੍ਰਤਪਾਲੇ। ਭਗਤਾਂ ਦੀ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ। ਪਹਿਰਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਤੇ ਬਾਬਾ ਨਾਮਦੇਵ ਜੀ, ਉਹਨਾਂ ਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਨਾ, ਉਹਨਾਂ ਦੀ ਪਾਵਨ ਬਾਣੀ ਦੇ ਵਿੱਚ ਇਹੋ ਜਿਹੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਤੇ ਹੈਰਾਨ ਹੋਈਦਾ ਵੀ ਉਹ ਸਮੇਂ ਦਾ ਜਿਹੜਾ ਢਾਂਚਾ ਸੀ ਨਾ, ਉਹ ਸਮੇਂ ਦੇ ਢਾਂਚੇ ਵਿੱਚ ਸੱਚ ਬੋਲਣਾ, ਸੱਚ ਬੋਲ ਕੇ ਪ੍ਰਚਾਰ ਕਰਨਾ ਕਰਮ ਕਾਂਡਾਂ ਦੇ ਵਿਰੁੱਧ। ਇੱਕ ਗੁਰਮੁਖ ਪਿਆਰਿਓ ਤਲੀ ਦੇ ਉੱਤੇ ਸੀਸ ਰੱਖਣ ਦੇ ਬਰਾਬਰ ਸੀ, ਤਲੀ 'ਤੇ ਸੀਸ ਰੱਖਣ ਦੇ ਬਰਾਬਰ। ਤੁਸੀਂ ਬਾਬਾ ਕਬੀਰ ਜੀ ਨੂੰ ਕਦੇ ਪੜ੍ਹ ਕੇ ਵੇਖੋ। ਹੁਣ ਬਾਬਾ ਕਬੀਰ ਜੀ ਕਿ ਉਹਨਾਂ ਨੇ ਗੁਰਮੁਖ ਪਿਆਰਿਓ ਸਮੇਂ ਦੇ ਅਨੁਸਾਰ ਉਹਨਾਂ ਲੋਕਾਂ ਦੇ ਮੂੰਹ 'ਤੇ ਸੱਚ ਨਹੀਂ ਬੋਲਿਆ। ਦੇਖੋ ਜਿਹੜਾ ਸੱਚ ਹੁੰਦਾ ਹੈ ਨਾ, ਸੱਚ ਦੀ ਕੀਮਤ ਉਦੋਂ ਪੈਂਦੀ ਹੈ ਜਦੋਂ ਸਹੀ ਸਮੇਂ 'ਤੇ ਬੋਲਿਆ ਜਾਵੇ। ਸਮਾਂ ਲੰਘਣ 'ਤੇ ਬੋਲੇ ਹੋਏ ਸੱਚ ਦੀ ਕੋਈ ਬਹੁਤੀ ਕਦਰ ਨਹੀਂ ਪੈਂਦੀ। ਹੁਣ ਗੁਰੂ ਨਾਨਕ ਦੇ ਪਾਤਸ਼ਾਹ ਵੇਖੋ, ਜਦੋਂ ਬਾਬਰ ਆਉਂਦਾ ਤੇ ਬਾਬਰ ਦੇ ਲੰਘੇ ਤੋਂ ਬਾਅਦ ਉਹਨੂੰ ਜਾਬਰ ਥੋੜ੍ਹੀ ਕਹਿੰਦੇ ਨੇ। ਬਾਬਰ ਦੇ ਮੂੰਹ 'ਤੇ ਗੁਰੂ ਪਾਤਸ਼ਾਹ ਉਹਨੂੰ ਜਾਬਰ ਕਹਿੰਦੇ ਨੇ, ਕਿਉਂਕਿ ਸੱਚ ਬੋਲਿਆ ਤੇ ਸੱਚ ਮੌਕਾ ਲੰਘਣ 'ਤੇ ਨਹੀਂ ਬੋਲਿਆ। ਸੱਚ ਬੋਲਿਆ ਤੇ ਸਮੇਂ ਦੇ ਅਨੁਸਾਰ ਗੁਰੂ ਪਾਤਸ਼ਾਹ ਨੇ ਸੱਚ ਬੋਲਿਆ, ਭਗਤਾਂ ਨੇ ਸੱਚ ਬੋਲਿਆ। ਹੁਣ ਜਿਹੜੇ ਪਖੰਡੀ ਸੰਤ ਸੀ ਕਿ ਬਾਬਾ ਕਬੀਰ ਜੀ ਨੇ ਉਹਨਾਂ ਦੇ ਮੂੰਹ 'ਤੇ ਸੱਚ ਨਹੀਂ ਬੋਲਿਆ। ਗੱਜ 3.5 ਧੋਤੀਆਂ ਤੇਹਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਵੱਗ। ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਜਿਹੜੇ ਪਖੰਡੀ ਠੱਗ ਬਣੇ ਹੋਏ ਸੀ, ਉਹਨਾਂ ਨੂੰ ਮੂੰਹ 'ਤੇ ਕਹਿ ਦੇਣਾ ਕਿ ਇਹ ਗੁਰਮੁਖ ਪਿਆਰਿਓ ਇੱਕ ਸੂਰਮਤਾਈ ਵਾਲਾ ਕੰਮ ਨਹੀਂ,
ਜਿਹੜਾ ਭਗਤ ਹੁੰਦਾ ਹੈ ਉਹ ਕੇਵਲ ਭਗਤ ਹੀ ਨਹੀਂ ਹੁੰਦਾ, ਇੱਕ ਸੂਰਮਾ ਵੀ ਹੁੰਦਾ ਹੈ। ਜਿਹੜਾ ਬ੍ਰਾਹਮਣ ਉੱਚੀ ਜਾਤ ਦਾ ਮਾਣ ਕਰਦਾ ਸੀ, ਉੱਚੀ ਜਾਤ ਦਾ, ਜਿਹੜਾ ਕਹਿੰਦਾ ਸੀ ਮੈਂ ਬੜੀ ਉੱਚੀ ਜਾਤੀ ਦਾ, ਤੇ ਬਾਬਾ ਕਬੀਰ ਜੀ ਨੇ ਪਤਾ ਕੀ ਕਿਹਾ? ਕਹਿਣ ਲੱਗੇ ਤੁਮ ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਿਨੇਊ ਤੁਮਾਰੇ ਤੁਮ ਤੋ ਵੇਦ ਪੜ੍ਹੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਬਾਬਾ ਕਬੀਰ ਜੀ ਕਹਿੰਦੇ ਬ੍ਰਾਹਮਣ ਜੀ, ਜੇਕਰ ਸੂਤ ਦਾ ਧਾਗਾ ਜਨੇਊ ਪਾ ਕੇ ਕੋਈ ਵੱਡਾ ਬ੍ਰਾਹਮਣ ਪੰਡਤ ਬਣ ਜਾਂਦਾ ਹੈ, ਤੇ ਕਹਿੰਦੇ ਮੇਰੇ ਘਰ ਦੇ ਵਿੱਚ ਤੇ ਫਿਰ ਧਾਗਾ ਹੀ ਧਾਗਾ ਲਮਕਦਾ, ਮੈਂ ਤੇ ਵੱਡਾ ਬ੍ਰਾਹਮਣ ਹੋਇਆ, ਕਿਉਂਕਿ ਮੈਂ ਤੇ ਕੰਮ ਖੱਡੀ ਦਾ ਕਰਦਾ, ਮੈਂ ਤੇ ਕੰਮ ਧਾਗੇ ਦਾ ਕਰਦਾ। ਹੁਣ ਇਹ ਗੱਲ ਕਹਿਣੀ ਉੱਚੀ ਜਾਤੀ ਵਾਲਿਆਂ ਨੂੰ ਕੀ ਗੁਰਮੁਖ ਪਿਆਰਿਓ ਇਹ ਤਲੀ ਦੇ ਉੱਤੇ ਸ਼ੀਸ਼ ਟਿਕਾਉਣ ਦੇ ਬਰਾਬਰ ਨਹੀਂ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਜੇਕਰ ਤੂੰ ਉੱਚੀ ਜਾਤੀ ਦਾ ਆਪਣੇ ਆਪ ਨੂੰ ਬ੍ਰਾਹਮਣ ਉੱਚੀ ਜਾਤੀ ਦਾ ਕਹਾਉਂਦਾ ਹੈ, ਤੇ ਤੂੰ ਦੱਸ ਵੀ ਤੇਰੀਆਂ ਨਾੜਾਂ ਦੇ ਵਿੱਚ ਵੀ ਉਹੀ ਲਹੂ ਚੱਲਦਾ, ਮੇਰੀਆਂ ਰਗਾਂ ਨਾੜਾਂ ਦੇ ਵਿੱਚ ਵੀ ਉਹੀ ਚੱਲਦਾ, ਜਾਂ ਤੇ ਦੱਸ ਵੀ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਚੱਲਦਾ ਹੋਵੇ ਤੇ ਮੇਰੇ ਲਹੂ ਚੱਲਦਾ ਹੋਵੇ। ਜਿਹੜਾ ਰੰਗ ਤੇਰੇ ਲਹੂ ਦਾ ਲਾਲ ਹੈ ਉਹ ਰੰਗ ਮੇਰੇ ਲਹੂ ਦਾ ਲਾਲ ਹੈ। ਜਿਹੋ ਜਿਹਾ ਲਹੂ ਤੇਰੇ ਅੰਦਰ ਹੈ ਉਹੋ ਜਿਹਾ ਲਹੂ ਮੇਰੇ ਅੰਦਰ ਹੈ। ਜਿਹੋ ਜਿਹਾ ਪੰਜ ਤੱਤਾਂ ਦਾ ਤੂੰ ਬਣਿਆ ਉਹੋ ਜਿਹਾ ਪੰਜ ਤੱਤਾਂ ਦਾ ਮੈਂ ਬਣਿਆ। ਸੱਚ ਬੋਲਿਆ, ਉਹਨਾਂ ਪਖੰਡੀਆਂ ਦੇ ਕਰਮ ਕਾਂਢੀਆਂ ਦੇ ਮੂੰਹ 'ਤੇ ਸੱਚ ਬੋਲਿਆ। ਜਿਹੜਾ ਪੁਜਾਰੀ ਪੱਥਰ ਨੂੰ ਭਗਵਾਨ ਬਣਾ ਕੇ ਪੱਥਰ ਨੂੰ ਭਗਵਾਨ ਬਣਾ ਕੇ ਤੇ ਕਹਿੰਦਾ ਸੀ ਵੀ ਲੋਕੋ ਇਹਦੀ ਪੂਜਾ ਕਰੋ, ਤੇ ਲੋਕੀ ਕਿਤੇ ਕੁਝ ਲਿਆ ਕੇ ਭੇਟਾ ਕਰਦੇ ਸੀ, ਭਗਵਾਨ ਸਮਝ ਕੇ ਪੱਥਰ ਨੂੰ ਕੋਈ ਕੁਝ ਲਿਆ ਕੇ ਅਰਪਣ ਕਰਦੇ ਸੀ। ਤੇ ਬਾਬਾ ਕਬੀਰ ਜੀ ਨੇ ਉਹਨਾਂ ਦਾ ਭਾਂਡਾ ਭੰਨਿਆ ਕਿ ਨਹੀਂ? ਕਹਿਣ ਲੱਗੇ ਪਾਤੀ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਰ ਜੀਓ। ਕਹਿਣ ਲੱਗੇ ਪਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੋ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਕਹਿੰਦੇ ਦੇਖੋ ਜਿਹੜਾ ਤੁਸੀਂ ਆ ਭਗਵਾਨ ਬਣਾਇਆ ਹੋਇਆ ਨਾ ਮੂਰਤੀ, ਜਿਹੜੀ ਮੂਰਤੀ ਨੂੰ ਤੁਸੀਂ ਭਗਵਾਨ ਬਣਾਇਆ ਹੋਇਆ ਨਾ, ਇਹ ਕਿਸੇ ਬੰਦੇ ਨੇ ਇਹਦੀ ਤੀ ਛਾਤੀ 'ਤੇ ਪੈਰ ਰੱਖ ਕੇ ਇਹਨੂੰ ਘੜਿਆ। ਜਿਹੜਾ ਭਗਵਾਨ ਹੈ ਉਹ 'ਤੇ ਥਾਪਿਆ ਹੋਇਆ, ਕਿਸੇ ਬੰਦੇ ਦੀ ਮੂਰਤੀ ਘੜੀ ਹੋਈ ਹੈ। ਤੇ ਜਿਹੜਾ ਪਰਮੇਸ਼ਰ ਹੈ ਉਹ 'ਤੇ ਥਾਪਿਆ ਨਹੀਂ ਜਾਂਦਾ, ਉਹ 'ਤੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜੀ ਮੂਰਤੀ ਹੈ, ਜੇਕਰ ਇਹ ਭਗਵਾਨ ਹੈ, ਜਿਸ ਬੰਦੇ ਨੇ ਇਹਨੂੰ ਘੜਿਆ ਇਹਦੀ ਛਾਤੀ 'ਤੇ ਪੈਰ ਰੱਖ ਕੇ, ਤੇ ਫਿਰ ਉਹ ਛਾਤੀ 'ਤੇ ਪੈਰ ਰੱਖਣ ਵਾਲੇ ਨੂੰ ਕਿਉਂ ਨਹੀਂ ਮਾਰ ਗਈ? ਛਾਤੀ 'ਤੇ ਪੈਰ ਰੱਖ ਕੇ ਬਣਾਉਣ ਵਾਲੇ ਨੂੰ ਇਹਨੇ ਖਤਮ ਕਿਉਂ ਨਹੀਂ ਕਰ ਦਿੱਤਾ? ਪਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੋ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੈ ਖਾਓ। ਇਹਨਾਂ ਕਰਮ ਕਾਂਡਾਂ ਨੂੰ ਪਖੰਡਾਂ ਨੂੰ ਉਹਨਾਂ ਲੋਕਾਂ ਦੇ ਢਾਂਚੇ ਦੇ ਵਿੱਚ, ਹਾਲਾਂਕਿ ਬੋਲਬਾਲਾ ਉਹਨਾਂ ਲੋਕਾਂ ਦਾ ਸੀ, ਉਹਨਾਂ ਲੋਕਾਂ ਦੇ ਵਿੱਚ ਉਹਨਾਂ ਦੇ ਪਖੰਡਾਂ ਨੂੰ ਨਸ਼ਰ ਕਰਨਾ ਕਿ ਇੱਕ ਕੋਈ ਗੁਰਮੁਖ ਪਿਆਰਿਓ ਸੌਖੀ ਗੱਲ ਸੀ? ਤਲੀ ਦੇ ਉੱਤੇ ਸੀਸ ਰੱਖਣ ਦੇ ਬਰਾਬਰ ਸੀ। ਪਰ ਜਿਹੜਾ ਭਗਤ ਹੁੰਦਾ ਹੈ ਨਾ, ਭਗਤ ਇੱਕ ਸੂਰਮਾ ਵੀ ਹੋਇਆ ਕਰਦਾ ਹੈ, ਇੱਕ ਯੋਧਾ ਵੀ ਹੋਇਆ ਕਰਦਾ ਹੈ। ਬਾਬਾ ਨਾਮਦੇਵ ਜੀ ਉਹਨਾਂ ਦੇ 61 ਸ਼ਬਦ ਨੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ, ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਹੈ। ਤੇ ਦੇਖੋ ਉਹਨਾਂ ਨੇ ਵੀ, ਕਿਉਂਕਿ ਕੋਈ ਰਾਮਚੰਦਰ ਨੂੰ ਭਗਵਾਨ ਸਮਝ ਕੇ ਪੂਜਦਾ ਸੀ, ਕੋਈ ਕ੍ਰਿਸ਼ਨ ਜੀ ਨੂੰ ਭਗਵਾਨ ਸਮਝ ਕੇ ਪੂਜਦਾ ਸੀ, ਕੋਈ ਮਹਾਦੇਵ ਨੂੰ ਗੁਰਮੁਖ ਪਿਆਰਿਓ ਭਗਵਾਨ ਸਮਝ ਕੇ ਪੂਜਦਾ ਸੀ। ਉਹਨਾਂ ਨੇ ਇੱਕ ਇੱਕ ਗੱਲ ਦਾ ਖੁਲਾਸਾ ਕਰਕੇ ਰੱਖ ਦਿੱਤਾ। ਕਹਿੰਦੇ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਮਹਾਦੇਵ ਨੂੰ ਭਗਵਾਨ ਕਹਿਣ ਵਾਲਿਆ, ਕਹਿੰਦੇ ਵੇਖਿਆ ਮੈਂ ਤੇਰਾ ਮਹਾਦੇਵ। ਪਾਂਡੇ ਤੋਂ, ਇਹ ਬਾਬਾ ਨਾਮਦੇਵ ਜੀ ਦਾ ਵਚਨ ਹੈ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਕਹਿੰਦੇ ਸ਼ਿਵ ਜੀ ਦੇ ਬਾਰੇ ਪ੍ਰਸਿੱਧ ਹੈ ਵੀ ਕਿਸੇ ਨੇ ਇਹਨੂੰ ਭੋਜਨ ਤੇ ਖਾਣੇ ਤੇ ਬੁਲਾ ਲਿਆ ਤੇ ਸੀ ਬੜਾ ਕ੍ਰੋਧੀ। ਕਹਿੰਦੇ ਕ੍ਰੋਧ ਵਿੱਚ ਬੜਾ ਛੇਤੀ ਆ ਜਾਂਦਾ। ਕਹਿੰਦੇ ਜਿਹੜਾ ਹੁਣ ਐਡਾ ਕ੍ਰੋਧੀ ਹੈ ਉਹਦਾ ਤੇਰੇ ਨਾਲ ਪਿਆਰ ਕਿਵੇਂ ਪਵੇਗਾ, ਤੇਰੇ ਨਾਲ ਸਾਂਝ ਕਿਵੇਂ ਪਵੇਗੀ? ਕਹਿੰਦੇ ਖਾਣੇ ਤੇ ਬੁਲਾਇਆ ਤੇ ਕਹਿੰਦੇ ਖਾਣਾ ਪਸੰਦ ਨਹੀਂ ਆਇਆ। ਜਿਹੜੇ ਘਰ ਦੇ ਵਿੱਚ ਖਾਣੇ ਵਾਸਤੇ ਬੁਲਾਇਆ ਸੀ ਖਾਣਾ ਪਸੰਦ ਨਹੀਂ ਆਇਆ, ਤੇ ਕਹਿੰਦੇ ਉਹਦਾ ਲੜਕਾ ਹੀ ਮਾਰ ਕੇ ਚਲੇ ਗਿਆ। ਕਿ ਇਹੋ ਜਿਹਾ ਭਗਵਾਨ ਤੇਰਾ ਕੋਈ ਭਲਾ ਕਰ ਦੇਵੇਗਾ? ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮਚੰਦ, ਕਈ ਲੋਕ ਰਾਮਚੰਦਰ ਨੂੰ ਭਗਵਾਨ ਕਹਿਣ ਲੱਗ ਗਏ।
पांडे तुमरा रामचंद सो भी आवत देखिया था। रावण सेती सरवर होई घर की जोए गवाई थी। कहते रामचंद्र जदों सीता चुक के लै गया ना रावण, कहते जदों सीता नाल विछोड़ा पिया तो बेचारा धाहां मार मार के रोंदा सी, कहंदा सी भी अपनी पत्नी दे विछोड़े विच मैं जी नहीं सकदा। गुरमुख प्यारिओ, तुसी आ गुरु कलगीधर पातशाह दे पावन दरबार विच बैठे हैं ते तुसी वेखो भी जदों सतगुरु पातशाह दे परिवार दा विछोड़ा पिया, जदों सतगुरु पातशाह दे परिवार दा विछोड़ा पिया, थोड़ा जिहा ख्याल करिओ भी जदों आनंदपुर साहिब दी धरती ते गुरु पातशाह दे नाल परिवार है ते उदों सतगुरु पातशाह आनंद दे विच ने, सुख दे विच ने। फिर एक वक्त आ जाता भी जदों 6-7 पोह 1704 नूं गुरु पातशाह किला छड्डदे ने ते सरसा दे किनारे ते परिवार विछड़ जाता है। जदों परिवार विछड़दा है कि गुरु पातशाह दुखी हो गए, कि गुरु पातशाह परेशान हो गए। जदों आउंदे ने ना चमकौर दी गढ़ी विच योगी अल्ला जार खां पता की कहंदा है, कहंदा 1.5 घड़ी बीत गई जब जिक्र ए खुदा में, खेमे से निकल आए सरकार हवा में, टहल थे कदमों से मगर दिल था दुआ में। कहने लगे खुदावंद खुश हूँ तेरी रजा में, उदों भी खुश ने। कहने लगे खुदावंद खुश हूँ तेरी रजा में। ते फिर देखो अपने पुत्रां दियां अपने सामने लाशां वेख के एक अजनबी की तरह गुरु पातशाह लंघ के चले जाते हैं माछीवाड़ा साहिब की धरती ते। पता है अद्धा परिवार शहीद हो गया, बाकी का पता कोई नहीं कि हुण गुरु पातशाह दुखी हो गए, नहीं। हुण सतगुरु पातशाह की बोलते ने, मित्र प्यारे नूं हाल मरीदां दा कहना, तुद बिन रोग रजाइयां दा ओडण, नाग निवासां दे रहना, सूल सुराही खंजर प्याला, बिंग कसाइयां दा सहना, यारड़े दा सानू सत्थर चंगा, भट्ठ खेड़ियां दा रहना। कोई कर लेगा बराबरी। एक पासे दशरथ का पुत्र रामचंद्र ते नूह सीता जदों विछोड़ा पै जाता है तो उन्होंने अटैक आ जाता है तो उसकी मौत हो जाती है। दशरथ डिग महलों तो कूच किया जदों अखां तो ओले संतान हो गई। तो दूजे पासे गुरु कलगीधर पातशाह नूं वेख लो, बाबा जीत सिंह नूं की कहंदे ने, बेटा ख्वाहिश है कि तुम्हें तेग चलाते हुए देखें, हम आँख से वर्षी तुझे खाते हुए देखें। कितना फर्क है जी। दशरथ डिग महलों तो कूच किया जदों अखां तो ओले संतान हो गई विछोड़ा, मोर धुज दे अखां विच आए अथरू, बोटी जिगर दी जदों बरान हो गई। मोर धुज दा राजा बड़ा प्रतापी कहाउंदा सी अपने आप नूं, ਉਹਦੇ पुत का जदों विछोड़ा पिया ना, कहना मर जांगा, अपने पुत तो बिना नहीं रह सकता। मौत अभिमन्यु की जदों सुनी अर्जन, ਉਹਦੇ हत्थां तो ढिली कमान होई कुरुक्षेत्र के मैदान में। अर्जन का पुत्र अभिमन्यु जदों चक्रव्यूह के किले में मारिया गया तो कृष्ण के कोल धाहां मार मार के रोंदा है अर्जन, कहना मैं अपने पुत अभिमन्यु तो बिना जिउंदा नहीं रह सकता। तानसेन ने सुनिया जदों पुत मोया, मूँहों बोलणों बंद जबान होई। अकबर का गवैया सी तानसेन, जदों कहंदे गाउंदा सी ते बुझे हुए दीवे भी जगा दिंदा सी। जदों पुत मरिया ना, उन्होंने लोगों ने कहा भी हुण गा, वो कहंदा हुण नहीं गाया जाता, हुण नहीं राग लापिया जाता। ये वो लोग ने जिन्होंने लोगों ने महापुरुष कहा, जिन्होंने संसार के लोगों ने बड़े बड़े अवतार महापुरुष दियां उपाधियां दत्तियां, पर अपनियां दा विछोड़ा नहीं सहन कर सके। अपने धियां पुत्रां दे विछोड़े दे गम दे विच मर गए, खत्म हो गए। पर गुरमुख प्यारिओ, वारे बलिहारे जाइए गुरु कलगीधर पातशाह जी दे वो बाबा नामदेव जी का वचन, कहते पांडे तुमरा रामचंद सो भी आवत देखिया था, रावण सेती सरबर होई घर की जोए गवाई थी। जिहड़ा भगवान है जेकर वो आप धाहां मार के रोंदा है तो किसी दे वो हंझू किवें पूंझ सकदा है। रोवै राम निकाला भया, सीता लक्ष्मण विछड़ गया। सो जेड़े गुरमुख प्यारिओ वो समय के कर्मकांड सी। बाबा नामदेव जी कहते जेकर पूजा करनी है तो एक रब दी कर, रब नूं छड्ड के बाकी दी पूजा करेगा एक तिल मात्र भी तैनूं लाभ प्राप्त नहीं होना। झूठ 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 आण देव 4 बार उन्हां कहा। सत 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 गुरदेव कहते एक रब नूं छड्ड के किसी देवी की किसी देवते की पूजा करेगा एक तिल मात्र भी लाहा नहीं मिलना। जे पूजा करनी है
ਜੇ ਪ੍ਰੇਮ ਕਰਨਾ ਇੱਕ ਵਾਹਿਗੁਰੂ ਦੇ ਨਾਲ ਕਰ। ਏਕ ਆਣ ਕਹਿਣ ਲੱਗੇ ਏਕ ਤਿਆਗ ਆਣ ਜੇ ਜਾਚੈ, ਮੁਖ ਦੰਤ ਰਸਨ ਸਕਲ ਘਸ ਜਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਗੁਰੂ ਅਰਜਨ ਦੇਵ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਬੰਦਿਆ ਇੱਕ ਰੱਬ ਨੂੰ ਛੱਡ ਕੇ, ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਨੂੰ ਧਿਆਈ ਚੱਲ, ਜਿੰਨੀ ਮਰਜ਼ੀ ਸੇਵਾ ਕਰੀ ਚੱਲ, ਜਿੰਨੀ ਮਰਜ਼ੀ ਪੂਜਾ ਕਰੀ ਚੱਲ, ਪੂਜਾ ਕਰਦਿਆਂ ਕਰਦਿਆਂ ਬੁੱਢਾ ਹੋ ਜਾਵੇਂਗਾ। ਨਾਮ ਜਪਦਿਆਂ ਜਪਦਿਆਂ ਤੇਰੇ ਦੰਦ ਟੁੱਟ ਜਾਣਗੇ, ਤੇਰੀ ਜ਼ੁਬਾਨ ਘਸ ਜਾਵੇ, ਬੁੱਢਾ ਹੋ ਜਾਵੇ, ਤੇ ਕਹਿੰਦੇ ਇੱਕ ਤਿਲ ਮਾਤਰ ਵੀ ਲਾਹਾ ਨਹੀਂ ਮਿਲਣਾ। ਏਕ ਤਿਆਗ ਆਣ ਜੇ ਜਾਚੈ, ਮੁਖ ਦੰਤ ਰਸਨ ਸਕਲ ਘਸ ਜਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਤੇ ਬਾਬਾ ਨਾਮਦੇਵ ਜੀ ਪਤਾ ਕੀ ਕਹਿੰਦੇ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ? ਕਹਿੰਦੇ ਰੱਬ ਨੂੰ ਛੱਡ ਕੇ ਜਿਹੋ ਜਿਹੀ ਪੂਜਾ ਕਰੇਗਾ ਤੇ ਉਹੋ ਜਿਹਾ ਬਣ ਜਾਵੇਂਗਾ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਛਾਰ ਉਡਾਵੈ। ਸੁਣਿਓ ਜੀ, ਬਾਬਾ ਨਾਮਦੇਵ ਜੀ ਕਹਿੰਦੇ ਕਈ ਲੋਕ ਭੈਰੋਂ ਦੀ ਪੂਜਾ ਕਰਦੇ ਨੇ। ਭੈਰੋਂ ਦੀ ਸਵਾਰੀ ਹੈ ਕੁੱਤਾ। ਕਹਿੰਦੇ ਭੈਰੋਂ ਦੀ ਪੂਜਾ ਕਰਨ ਵਾਲਿਆ ਰੱਬ ਨੂੰ ਛੱਡ ਕੇ ਅਗਲੀ ਵਾਰੀ ਫਿਰ ਤੈਨੂੰ ਭੂਤ ਹੀ ਬਣਨਾ ਪੈਣਾ। ਜੈਸਾ ਸੇਵੈ ਤੈਸਾ ਹੋਏ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਛਾਰ ਉਡਾਵੈ, ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਾਰ ਹੋਏ ਅਵਤਰੈ। ਤੇ ਕਹਿੰਦੇ ਦੁਰਗਾ ਦੀ ਪੂਜਾ ਕਰਨ ਵਾਲਿਆ, ਦੁਰਗਾ ਦੀ ਪੂਜਾ ਕਰਨ ਵਾਲਿਆ, ਦੁਰਗਾ ਇੱਕ ਔਰਤ ਇੱਕ ਨਾਰੀ, ਤੇ ਅਗਲਾ ਜਨਮ ਤੇਰਾ ਫਿਰ ਔਰਤ ਦਾ ਹੀ ਹੋਵੇਗਾ। ਅਗਲੀ ਵਾਰ ਔਰਤ ਹੀ ਬਣਦਾ ਰਵੇਂਗਾ, ਔਰਤ ਹੀ ਬਣਦਾ ਰਵੇਂਗਾ। ਇਹ ਮੇਰੇ ਨਹੀਂ, ਬਾਬਾ ਨਾਮਦੇਵ ਜੀ ਦੇ ਬਚਨ ਨੇ। ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਾਰ ਹੋਏ ਅਵਤਰੈ, ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਲਦ ਚੜ੍ਹੈ ਡੋਰ ਡਮਕਾਵੈ। ਕਹਿੰਦੇ ਸ਼ਿਵ ਜੀ ਦੀ ਪੂਜਾ ਕਰਨ ਵਾਲਿਆ, ਸ਼ਿਵ ਦੀ ਸਵਾਰੀ ਹੈ ਬਲਦ। ਤੇ ਕਹਿੰਦੇ ਜਿਹੜਾ ਸ਼ਿਵ ਸ਼ਿਵ ਕਰਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਵਚਨ ਤੁਸੀਂ ਸੁਣਦੇ ਹੋ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਕਹਿੰਦੇ ਲੋਕੀ ਸ਼ਿਵ ਜੀ ਮਹਾਦੇਵ, ਸ਼ਿਵ ਜੀ ਇਹ ਤੇ ਕਹੀ ਜਾਂਦੇ ਨੇ। ਪਰ ਭਲਿਓ ਜਿਹੜਾ ਸ਼ਿਵ ਜੀ ਨੂੰ ਵੀ ਪੈਦਾ ਕਰਕੇ ਜਨਮ ਦੇਣ ਵਾਲਾ, ਮਾਰਨ ਵਾਲਾ, ਕਦੇ ਰੱਬ ਨੂੰ ਯਾਦ ਕੀਤਾ ਜੇ? ਉਹ ਤੇ ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਉਹ ਤੇ ਵਿਚਾਰੇ ਆਪ ਕਾਲ ਦੇ ਅਧੀਨ ਨੇ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਮੈਂ ਤਾਂ ਬੇਨਤੀ ਕਰਦਾ ਵੀ ਕਦੇ ਬਾਣੀ ਪੜ੍ਹ ਕੇ ਤਾਂ ਵੇਖੀਏ। ਸਾਡੀ ਕਮਜ਼ੋਰੀ ਇਹ ਹੈ ਵੀ ਨਾ ਤੇ ਅਸੀਂ ਆਪ ਪੜ੍ਹਦੇ ਹਾਂ, ਤੇ ਜੇ ਕੋਈ ਸੁਣਾਉਂਦਾ ਤੇ ਨਾ ਹੀ ਸੁਣਦੇ ਹਾਂ। ਜੇਕਰ ਪੜ੍ਹਾਂਗੇ ਤੇ ਤਾਂ ਹੀ ਪਤਾ ਲੱਗੇਗਾ ਵੀ ਅੱਧੀ ਦੁਨੀਆ ਦੇ ਲੋਕਾਂ ਨੂੰ ਇਹੋ ਨਹੀਂ ਪਤਾ ਵੀ ਪੂਜਾ ਕਿਹਦੀ ਕਰਨੀ ਹੈ। ਨਹੀਂ ਪਤਾ। ਅੱਧੀ ਦੁਨੀਆ ਦੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਨਾਮ ਲੈਣਾ ਹੈ ਤੇ ਲੈਣਾ ਕਿਹਦਾ, ਪੂਜਾ ਕਰਨੀ ਹੈ ਤੇ ਪੂਜਾ ਕਰਨੀ ਕਿਹਦੀ ਹੈ। ਲੋਕੀ ਅੱਜ ਵੀ ਭਰਮ ਦੇ ਵਿੱਚ ਨੇ, ਦੁਬਿਧਾ ਦੇ ਵਿੱਚ ਨੇ। ਉਹਨਾਂ ਦੀ ਪੂਜਾ ਕਰਦੇ ਨੇ ਜਿਨ੍ਹਾਂ ਤੋਂ ਇੱਕ ਤਿਲ ਮਾਤਰ ਵੀ ਲਾਹਾ ਨਹੀਂ ਜੇ ਮਿਲਣਾ। ਤੇ ਬਾਬਾ ਨਾਮਦੇਵ ਜੀ ਕਹਿੰਦੇ ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਲਦ ਚੜ੍ਹੈ ਡੋਰ ਡਮਕਾਵੈ। ਕਹਿੰਦੇ ਸ਼ਿਵ ਦੀ ਪੂਜਾ ਕਰਨ ਵਾਲਿਆ, ਸ਼ਿਵ ਦੀ ਸਵਾਰੀ ਹੈ ਬਲਦ, ਤੇ ਫਿਰ ਤੈਨੂੰ ਬਲਦ ਹੀ ਬਣਨਾ ਪੈਣਾ। ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਲਦ ਚੜ੍ਹੈ ਡੋਰ ਡਮਕਾਵੈ। ਕਹਿਣ ਲੱਗੇ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਤੇ ਬਾਬਾ ਜੀ ਕਹਿਣ ਲੱਗੇ ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਛਾਰ ਉਡਾਵੈ। ਇੱਕ ਬਚਨ ਰਹਿ ਗਿਆ ਸੀ। ਕਈ ਲੋਕ ਨਾ ਸੀਤਲਾ ਦੀ ਪੂਜਾ ਕਰਦੇ ਨੇ। ਸੀਤਲਾ ਦੀ ਆ ਜਿਹੜਾ ਕਰਵਾ ਚੌਥ ਦਾ ਪਿੱਛੇ ਜੇ ਵਰਤ ਰੱਖਿਆ ਨਾ ਬੀਬੀਆਂ ਨੇ, ਇਹ ਸਮਝ ਕੇ ਵੀ ਸ਼ਾਇਦ ਪਤੀ ਦੀ ਜਿਹੜੀ ਉਮਰ ਹੈ ਉਹ ਲੰਬੀ ਹੋ ਜਾਵੇਗੀ। ਉਹ ਇੱਕ ਸੀਤਲਾ ਦਾ ਵੀ ਗੁਰਮੁਖੋਂ ਵਰਤ ਰੱਖਿਆ ਜਾਂਦਾ। ਤੇ ਬਾਬਾ ਜੀ ਕਹਿੰਦੇ ਵੀ ਸੀਤਲਾ ਦੀ ਪੂਜਾ ਕਰਨ ਵਾਲਿਆ, ਸੀਤਲਾ ਦੀ ਸਵਾਰੀ ਹੈ ਗਧਾ, ਤੇ ਫਿਰ ਘੁਮਿਆਰਾਂ ਦੇ ਘਰੇ ਤੈਨੂੰ ਗਧਾ ਹੀ ਬਣ ਕੇ ਜਾਣਾ ਪੈਣਾ। ਉਹ ਸੀਤਲਾ ਦਾ ਗੁਰਮੁਖੋਂ ਵਰਤ ਰੱਖਿਆ ਜਾਂਦਾ। ਸਤਿਗੁਰੂ ਪਾਤਸ਼ਾਹ ਨੇ ਸਿੱਧਾ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ। ਕਹਿਣ ਲੱਗੇ ਛੋੜੈ ਅੰਨ ਕਰੈ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਇਹੋ ਜਿਹੇ ਵਰਤਾਂ ਦਾ ਕੀ ਫਾਇਦਾ ਹੈ? ਜੇਕਰ ਵਰਤ ਰੱਖਣਾ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਵਾਲਾ ਰੱਖ ਕੇ ਵੇਖੋ ਕਿੰਨੇ ਦਿਨ ਘੇਰਾ ਪਿਆ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਵਰਤ ਉਹ ਰੱਖੋ ਜਿਨ੍ਹਾਂ ਕੁਝ ਕੌਮ ਦਾ ਫਾਇਦਾ ਹੁੰਦਾ ਹੋਵੇ। ਜੇ ਵਰਤ ਰੱਖਣਾ ਆ ਸਾਡੇ ਕਿਸਾਨ ਵੀਰ ਬੈਠੇ ਨੇ ਦਿੱਲੀ, ਕਾਲੇ ਕਾਨੂੰਨ ਵਾਪਸ ਕਰਵਾਉਣ ਦੇ ਲਈ, ਉਹ ਵੀ ਤਾਂ ਵਰਤ ਹੈ। ਕਈਆਂ ਨੇ ਮਨ ਵਿੱਚ ਇਹ ਵਰਤ ਰੱਖਿਆ ਹੋਇਆ ਵੀ ਪਿੰਡ ਉਦੋਂ ਚੈਨ ਨਾਲ ਜਾਵਾਂਗੇ ਜਦੋਂ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਹੋ ਜਾਣਗੇ। ਜੇ ਵਰਤ ਰੱਖਣਾ ਤੇ ਉਹੋ ਜਿਹਾ ਰੱਖੋ। ਜੇ ਵਰਤ ਰੱਖਣਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰੱਖੋ।
ਗੁਰਦਾਸ ਨੰਗਲ ਦੀ ਗੜੀ ਵਿੱਚ 8-7 ਮਹੀਨੇ ਘੇਰਾ ਪਿਆ ਰਿਹਾ। ਸਿੱਖਾਂ ਨੇ ਪੱਤੇ ਖਾ ਕੇ, ਛਿੱਲੜ ਖਾ ਕੇ, ਪਤਾ ਨਹੀਂ ਕਿਵੇਂ ਪੱਤੇ ਛਿੱਲੜ ਖਾ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਿਆ। ਕਈ ਤੇ ਸ਼ਹੀਦ ਵੀ ਹੋ ਗਏ। ਜੇਕਰ ਵਰਤ ਰੱਖਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰੱਖ ਕੇ ਵੇਖੋ। ਇਹ ਕਾਹਦੇ ਵਰਤ ਨੇ? ਛੋੜੈ ਅੰਨ ਕਰੈ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਤੇ ਮੈਂ ਬੇਨਤੀ ਕਰਾਂ, ਅੱਜ ਗੁਰਮੁਖ ਪਿਆਰਿਓ, ਆਪਾਂ ਇਸੇ ਕਰਕੇ ਭਟਕੇ ਹੋਏ ਹਾਂ ਵੀ ਇੱਕ ਦੋ ਨਾ ਸਾਡੇ ਵਿੱਚ ਕਮਜ਼ੋਰੀਆਂ ਆ ਗਈਆਂ। ਦੇਖੋ, ਕੋਈ ਸਮਾਂ ਸੀ ਸਾਡੇ ਬਜ਼ੁਰਗਾਂ ਦਾ ਜਦੋਂ ਸਾਡੇ ਵਡੇਰਿਆਂ ਦੇ ਪੈਰਾਂ ਦੇ ਥੱਲੇ ਦਿੱਲੀ ਵਰਗੇ ਤਖਤ, ਦਿੱਲੀ ਦੇ ਤਖਤ ਸਾਡੇ ਸਿੱਖਾਂ ਦੇ ਵਡੇਰਿਆਂ ਦੇ ਪੈਰਾਂ ਦੇ ਥੱਲੇ ਸੀ। ਲਾਲ ਕਿਲੇ ਵਰਗੇ, ਦਿੱਲੀ ਵਰਗੇ ਤਖਤ, ਤੇ ਸਿੱਖ ਠੋਕਰ ਮਾਰਦੇ ਸੀ ਤਖਤਾਂ ਤੇ ਤਾਜਾਂ ਨੂੰ। ਅੱਜ ਸਿੱਖ ਨੂੰ ਦਿੱਲੀ ਵਿਖੇ ਝੁਕਣਾ ਪੈ ਰਿਹਾ ਹੈ। ਜ਼ਮੀਨ ਅਸਮਾਨ ਦਾ ਅੰਤਰ ਹੈ। ਫਰਕ ਕਿਉਂ ਹੈ? ਕਿਉਂਕਿ ਇੱਕ ਤੇ ਗੱਲ ਇਹ ਸੀ, ਉਦੋਂ ਸਾਡੇ ਸਿੱਖਾਂ ਦੇ ਵਿੱਚ ਗੁਰਮੁਖ ਪਿਆਰਿਓ ਆਪਸੀ ਏਕਤਾ ਬੜੀ ਸੀ। ਸਿੱਖਾਂ ਦੇ ਬਾਰੇ ਕਿਹਾ ਜਾਂਦਾ ਸੀ, ਹੈ ਇਨ ਮੈਂ ਇਤਫਾਕ ਮਹਾਨ, ਸਿੱਖ ਸਿੱਖ ਪੈ ਵਾਰਤ ਜਾਣ। ਸਿੱਖਾਂ ਦੇ ਵਿੱਚ ਏਡੀ ਏਕਤਾ ਹੈ ਵੀ ਸਿੱਖ ਇੱਕ ਦੂਜੇ 'ਤੇ ਜਾਨ ਵਾਰ ਦਿੰਦੇ ਨੇ, ਪਰ ਸ਼ਾਇਦ ਅੱਜ ਇੱਕ ਦੂਜੇ ਦੀ ਜਾਨ ਲੈਣ ਵਾਸਤੇ ਤਿਆਰ ਹੋਏ ਬੈਠੇ ਨੇ। ਪਾੜ ਕੇ ਰੱਖ ਦਿੱਤਾ ਸਾਨੂੰ, ਦੁਬਿਧਾ ਦੇ ਵਿੱਚ ਪਾ ਦਿੱਤਾ ਸਾਨੂੰ। ਤੇ ਇੱਕ ਸਿੱਖ ਦੇ ਵਿੱਚ ਉਦੋਂ ਖੂਬੀ ਇਹ ਸੀ ਵੀ ਉਦੋਂ ਸਿੱਖ ਜੇਕਰ ਸਿੱਖ ਸੀ ਤੇ ਕੇਵਲ ਗੁਰੂ ਦਾ ਹੀ ਸਿੱਖ ਸੀ। ਅੱਜ ਸਿੱਖ ਇੱਕ ਗੁਰੂ ਦਾ ਸਿੱਖ ਬਣ ਤੋਂ ਬਗੈਰ ਹੋਰ ਪਤਾ ਨਹੀਂ ਕਿੰਨਿਆਂ ਦਾ ਸਿੱਖ ਬਣਿਆ ਹੋਇਆ। ਉਦੋਂ ਸਿੱਖ ਕੇਵਲ ਗੁਰੂ ਦਾ ਸਿੱਖ ਸੀ ਤੇ ਆਪਣੇ ਗੁਰੂ ਤੇ ਬਹੁਤ ਵੱਡਾ ਅਕੀਦਾ ਸੀ, ਭਰੋਸਾ ਸੀ। ਕਦੇ ਪ੍ਰਾਤਨਿਕ ਗ੍ਰੰਥ ਦੇ ਬਚਨ ਪੜ੍ਹ ਕੇ ਵੇਖੋ, ਕਹਿੰਦੇ ਸਿੱਖਾਂ ਦੀ ਇਹੋ ਜਿਹੀ ਹਾਲਤ ਹੋ ਗਈ, ਨਹਿ ਜਖੀਰੋ ਸਿੰਘਣ ਪਾਸ। ਕਦੇ ਇਹੋ ਜਿਹਾ ਵਕਤ ਆਇਆ ਜ਼ਿੰਦਗੀ ਦੇ ਵਿੱਚ? ਸਿੱਖ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤੇ ਸਿੱਖਾਂ ਦੇ ਜੇਬ ਦੇ ਵਿੱਚ ਪੈਸਾ ਕੋਈ ਨਹੀਂ ਸੀ। ਛੱਪੜਾਂ ਦਾ ਪਾਣੀ ਪੀ ਕੇ, ਸੱਕ ਖਾ ਕੇ, ਪੱਤੇ ਖਾ ਕੇ ਗੁਜ਼ਾਰਾ ਕੀਤਾ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਨੇ ਤੇ ਜੇਬ ਦੇ ਵਿੱਚ ਪੈਸਾ ਵੀ ਕੋਈ ਨਹੀਂ। ਨਹਿ ਜਖੀਰੋ ਸਿੰਘਣ ਪਾਸ, ਸ਼ਸਤਰ ਬਸਤਰ ਹੀਣ ਸੋ ਖਾਸ। ਨਾ ਉਹਨਾਂ ਦੇ ਕੋਲ ਪਾਉਣ ਵਾਸਤੇ ਕੱਪੜੇ ਨੇ, ਨਾ ਉਹਨਾਂ ਦੇ ਕੋਲ ਜੇਬ ਦੇ ਵਿੱਚ ਪੈਸਾ ਹੈ, ਨਾ ਉਹਨਾਂ ਦੇ ਕੋਲ ਖਾਣ ਵਾਸਤੇ ਚੰਗਾ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਹੈ। ਨਾਂਗੇ ਖਰੇ ਔਰ ਭੁੱਖੇ ਪਿਆਸੇ, ਨੰਗੇ ਵੀ ਨੇ, ਭੁੱਖੇ ਵੀ ਨੇ, ਪਿਆਸੇ ਵੀ ਨੇ। ਹਾਂ, ਸਭ ਕੁਝ ਹੈ, ਪਰ ਇੱਕ ਗੁਰਮੁਖ ਪਿਆਰਿਓ ਉਹਨਾਂ ਦੇ ਕੋਲ ਖਜ਼ਾਨਾ ਹੈ। ਨਾਂਗੇ ਖਰੇ ਔਰ ਭੁੱਖੇ ਪਿਆਸੇ, ਦਾਰੂ ਸ਼ਿੱਕਾ ਨਹਿ ਕਿਛ ਪਾਸੇ, ਪਰ ਗੁਰ ਕੇ ਬਚਨ ਕੀ ਉਨਕੋ ਆਸ, ਜਿਹੀ ਖਜ਼ਾਨੋ ਸਿੰਘਣ ਪਾਸ। ਆਪਣੇ ਗੁਰੂ 'ਤੇ ਭਰੋਸਾ ਸੀ, ਆਪਣੇ ਗੁਰੂ 'ਤੇ ਅਕੀਦਾ ਸੀ, ਗੁਰੂ 'ਤੇ ਵਿਸ਼ਵਾਸ ਸੀ। ਉਦੋਂ ਜਿਹੜਾ ਸਿੱਖ ਸੀ ਕੇਵਲ ਆਪਣੇ ਗੁਰੂ ਦਾ ਹੀ ਸਿੱਖ ਸੀ। ਸੋ ਉਹ ਗੁਰਮੁਖ ਪਿਆਰਿਓ, ਆਪਾਂ ਜਿਹੜੇ ਇਹ ਗੁਣ ਨੇ ਨਾ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ, ਸ਼ਾਇਦ ਉਹਨਾਂ ਤੋਂ ਅਸੀਂ ਦੂਰ ਹੋ ਚੁੱਕੇ ਹਾਂ। ਮਹਾਦੇਵ ਕੀ ਤੇ ਬਾਬਾ ਨਾਮਦੇਵ ਜੀ ਦਾ ਮੈਂ ਬਚਨ ਕੱਢ ਰਿਹਾ ਸੀ ਤੇ ਬਾਬਾ ਨਾਮਦੇਵ ਜੀ ਕਹਿੰਦੇ, ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਮਹਾਦੇਵ ਕੀ ਪੂਜਾ ਕਰੈ ਨਰ ਸੇ ਨਾਰ। ਕਹਿਣ ਲੱਗੇ, ਜਿਹੜਾ ਬਾਬਾ ਮਹਾਦੇਵ ਦੀ ਪੂਜਾ ਕਰਦਾ ਨਾ ਤੇ ਮਹਾਦੇਵ ਦੀ ਸਵਾਰੀ ਹੈ ਬਲਦ, ਤੇ ਕਹਿਣ ਲੱਗੇ ਫਿਰ ਤੈਨੂੰ ਬਲਦ ਹੀ ਬਣਨਾ। ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਲਦ ਜਿਹੜਾ ਡੌਰ ਡਮਕਾਵੈ। ਮਹਾਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਅਵਤਰੈ। ਸੋ ਉਹੋ ਜਿਹੇ ਢਾਂਚੇ ਦੇ ਵਿੱਚ ਇਹ ਗੁਰਮੁਖ ਪਿਆਰਿਓ ਕਰਮ ਕਾਂਡਾਂ ਨੂੰ ਨਿਖੇੜਨਾ, ਸੱਚ ਦਾ ਪ੍ਰਚਾਰ ਕਰਨਾ ਬਾਬਾ ਨਾਮਦੇਵ ਜੀ ਦੇ ਲਈ, ਬਾਬਾ ਕਬੀਰ ਜੀ ਦੇ ਲਈ ਇੱਕ ਗੁਰਮੁਖ ਪਿਆਰਿਓ ਹਥੇਲੀ ਦੇ ਉੱਤੇ ਸਿਰ ਰੱਖਣ ਦੇ ਬਰਾਬਰ ਸੀ। ਅੱਜ ਉਹਨਾਂ ਦਾ ਆਪਾਂ ਜਨਮ ਦਿਨ ਮਨਾ ਰਹੇ ਹਾਂ। 61 ਦੇ ਤਕਰੀਬਨ ਉਹਨਾਂ ਦੇ ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ। ਬਾਬਾ ਨਾਮਦੇਵ ਜੀ ਦਾ ਜਿੱਥੇ ਆਪਾਂ ਜਨਮ ਦਿਨ ਮਨਾ ਰਹੇ ਹਾਂ, ਜਨਮ ਦਿਹਾੜੇ ਮਨਾਏ ਤਾਂ ਸਫਲ ਨੇ ਜੇਕਰ ਉਹਨਾਂ ਦੇ ਵਚਨਾਂ ਨੂੰ ਵੀ ਆਪਾਂ ਜੀਵਨ ਦੇ ਵਿੱਚ ਮੰਨਾਂਗੇ, ਤਾਂ ਸਾਡੇ ਜਨਮ ਮਨਾਏ ਹੋਏ, ਦਿਹਾੜੇ ਮਨਾਏ ਹੋਏ ਸਫਲ ਨੇ। ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਭਗਤ ਸਾਹਿਬਾਨਾਂ ਦੀ ਬਾਣੀ ਪੜ੍ਹਿਆ ਕਰੋ, ਬਾਬਾ ਕਬੀਰ ਜੀ ਦੀ ਬਾਣੀ ਪੜ੍ਹੋ, ਬਾਬਾ ਨਾਮਦੇਵ ਜੀ ਦੀ ਬਾਣੀ ਪੜ੍ਹੋ, ਤੇ ਅੰਦਰ ਦੇ ਕਪਾਟ ਖੁੱਲ੍ਹ ਜਾਂਦੇ ਨੇ। ਅਸੀਂ ਕਿਹੜੇ ਭਰਮ ਦੇ ਵਿੱਚ ਪਏ ਹੋਏ ਹਾਂ, ਕਿਹੜੇ ਕਰਮ ਕਾਂਡਾਂ ਵਿੱਚ ਪਏ ਹੋਏ ਹਾਂ। ਇੱਕ ਇੱਕ ਕਰਮ ਕਾਂਡ ਨੂੰ, ਭਰਮ ਨੂੰ ਬਾਬਾ ਨਾਮਦੇਵ ਜੀ ਵਰਗੇ ਭਗਤਾਂ ਨੇ, ਬਾਬਾ ਕਬੀਰ ਜੀ ਵਰਗੇ ਭਗਤਾਂ ਨੇ ਗੁਰਮੁਖੋ ਉਜਾਗਰ ਕੀਤਾ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦਾ ਵਚਨ ਆਪ ਨਾਲ ਸਾਂਝਾ ਕਰ ਰਿਹਾ ਸੀ। ਕਹਿਣ ਲੱਗੇ, ਭਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ। ਜਦੋਂ ਵਾਹਿਗੁਰੂ ਦੇ ਨਾਲ ਤੇਰੀ ਸਾਂਝ ਬਣ ਜਾਵੇਗੀ ਨਾ, ਤੇ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਤੇਰੇ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਦੁੱਖ ਹਰਨੰ, ਤੇ ਅੰਦਰ ਦੀ ਜਿਹੜੀ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਹੈ
ਤ੍ਰਿਸ਼ਨਾ ਦੀ ਅੱਗ ਵੀ ਬੁਝ ਜਾਵੇਗੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਦਾ ਅਸਰ ਵੀ ਨਹੀਂ ਵਿਆਪੇਗਾ। ਰਖੰਦੜੋ ਪ੍ਰਭ ਆਪ, ਜਿਹੜਾ ਮਾਲਕ ਹੈ ਉਹ ਤੇਰੀ ਆਪ ਰੱਖਿਆ ਕਰੇਗਾ, ਆਪ ਸਹਾਇਤਾ ਕਰੇਗਾ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਮਿਹਰਾਮਤ ਕੀਤੀ ਹੈ। ਸਮੇਂ ਦੀ ਸਮਾਪਤੀ ਹੈ। ਇਤਨੀਆਂ